ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਦੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਜਿਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ। ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਬਾ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ ਬਾਜੈ ਪਵਨ ਆਖੈ ਸਭ ਜਾਏ। ਜੇਤਾ ਮੋਹ ਪਰੀਤ ਸਵਾਦ ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੋਹ ਚੱਲਿਆ ਲਾਏ ਦਰਗਹ ਬੈਸਣ ਨਾਹੀ ਜਾਏ। ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ। ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਦ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਨਾਵਾ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ। ਮਾਇਆ ਕੇ ਮਦ ਜਨਮ ਸਿਰਾਇਓ। ਰਾਮ ਭਜਨ ਨਹੀਂ ਲਾਗਿਓ।
माई मैं मन को मान ना त्याग्यो। माया के मद जन्म सिरायो। राम भजन नहीं लाग्यो। रहाव जम को डंड परियो सिर ऊपर। तब सोबत तै जाग्यो। कहाँ होत अब कै पछताए। छूटत नाहिन भाग्यो। एह चिंता उपजी घट मह। जब गुर चरणन अनुराग्यो। सफल जन्म नानक तब हुआ। जो प्रभ जस मह पाग्यो। एह चिंता उपजी घट मह। जब गुर चरणन अनुराग्यो। सफल जन्म नानक तब हुआ। जो प्रभ जस मह पाग्यो। वाहिगुरु जी का खालसा वाहिगुरु जी की फतेह। परम सन्मानयोग जुगो जुग अटल चबर छतर तख दे मालक बाणी के बोहित धन धन साहिब श्री गुरु ग्रंथ साहिब सच्चे सतगुरु जी की पावन पवित्र निघी गोद अंदर जुड़ बैठे गुरु रूप गुरु सवारे सतसंगी जनो। आप जी बड़िया भागां वाले हो जो दशमेश पिता गुरु कलगीधर सतगुरु अमृत के दाते सर्वांस दानी साहिब कमाल धन धन साहिब श्री गुरु गोबिंद सिंह महाराज जी के पावन पवित्र अस्थान चरण छो धरती गुरुद्वारा मंजी साहिब आलमगीर विखे अमृत वेले तो हाजरियां भर के सतसंगत करके सतगुरु जी दियां खुशियां प्राप्त कर रहे हो। अमृत वेले तो सजे दीवाना विच आप जी ने हुणे ही सत्कारयोग गुरु घर दे कीर्तनिया पासों श्री आसा जी की वार दे कीर्तन श्रवण कीते हैं। सो आओ गुरु सवारियो समा है जो चल रही लड़ीवार गुरबाणी की कथा मारू राग दे विचों आप संगतां श्रवण करदियां आ रहीआं हन। जो पावन शब्द आप जी ने श्रवण कीता है इस पावन शब्द की आपने विचार श्रवण करनी है। आओ अपनियां मन बिरतियां एकाग्र करिए ध्यान गुरु चरणों नाल जोड़िए ते सतगुरु महाराज जी के पावन उपदेश नूं हिरदियां विच वसा के अपना जीवन सफला करिए। करो सारे अपनी रसना पवित्र आखो जी सतनाम श्री वाहिगुरु साहिब जी। सतनाम श्री वाहिगुरु साहिब जी। मारू महला नावा। माई मैं मन को मान ना त्याग्यो। माया के मद जन्म सिरायो। राम भजन नहीं लाग्यो। धन धन सतगुरु श्री गुरु तेग बहादुर पातशाह महाराज जी साढ़े उत्ते बख्शिश कर रहे हैं।
ਅੱਜ ਦੇ ਇਸ ਪਾਵਨ ਸ਼ਬਦ ਦੁਆਰਾ ਸਤਿਗੁਰੂ ਜੀ ਜਿੱਥੇ ਆਰੰਭਤਾ ਦੇ ਵਿੱਚ ਗੱਲ ਕਰ ਰਹੇ ਨੇ ਮਾਣ ਦੀ, ਉੱਥੇ ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਮਾਣ ਤੋਂ ਬਾਅਦ ਕਿ ਨਾਲ ਮਨੁੱਖ ਦੇ ਅੰਦਰ ਆਪਣੀ ਧਨ ਸੰਪਦਾ ਮਾਇਆ ਦਾ ਮਾਣ ਹੈ। ਇਹਦੇ ਵਿੱਚ ਹੀ ਜੀਵ ਗਲਤਾਨ ਰਹਿੰਦਾ। ਕਦੇ ਜੀਵ ਨੇ ਫਿਰ ਆਪਣੀ ਰਸਨਾ ਤੋਂ ਉਸ ਪਰਮਾਤਮਾ ਦੀ ਭਜਨ ਬੰਦਗੀ ਨਹੀਂ ਕੀਤੀ। ਉਦੋਂ ਫਿਰ ਸਮਾਂ ਜਦੋਂ ਆਉਂਦਾ ਹੈ ਸੰਸਾਰ ਤੋਂ ਕੂਚ ਕਰਨ ਦਾ, ਉਸ ਸਮੇਂ ਪਰਮੇਸ਼ਰ ਵਾਹਿਗੁਰੂ ਦੇ ਭੇਜੇ ਹੋਏ ਜਮਦੂਤ ਫਿਰ ਇਹਨੂੰ ਜਦੋਂ ਆ ਕੇ ਪਕੜਦੇ ਨੇ, ਉਦੋਂ ਇਹ ਪਛਤਾਤਾਪ ਕਰਦਾ, ਅੱਖ ਉਦੋਂ ਖੁੱਲ੍ਹਦੀ ਹੈ ਇਹਦੀ, ਨਹੀਂ ਸਾਰੀ ਜ਼ਿੰਦਗੀ ਅਵਿਦਿਆ ਰੂਪੀ ਰਾਤ ਵਿੱਚ ਸੁੱਤਾ ਰਹਿੰਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਆਰੰਭਤਾ ਵਿੱਚ ਕਿ ਮਾਈ ਹੇ ਮਾਂ, ਮੈਂ ਮਨ ਕੋ ਮਾਨ ਨਾ ਤਿਆਗਿਓ, ਕਿ ਜਦੋਂ ਮੈਂ ਆਪਣੇ ਮਨ ਵੱਲ ਦੇਖਣਾ ਕੀਤਾ, ਆਪਣੇ ਅੰਦਰ ਝਾਤੀ ਮਾਰੀ, ਝਾਤ ਮਾਰ ਕੇ ਦੇਖਿਆ ਕਿ ਮੈਂ ਆਪਣੇ ਮਨ ਦਾ ਮਾਣ ਨਹੀਂ ਤਿਆਗ ਸਕਿਆ। ਕਿਉਂਕਿ ਇਹ ਵੀ ਸੋਝੀ ਉਦੋਂ ਪਾਉਂਦੀ ਹੈ ਜੀਵ ਨੂੰ ਜਦੋਂ ਗੁਰੂ ਸਵਾਰੇ ਜੀਵ ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਪਹੁੰਚਦਾ। ਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਆਉਂਦਾ ਜਦੋਂ ਸਤਿਗੁਰ ਦੇ ਸ਼ਬਦ ਦੀ ਚੋਟ ਲੱਗਦੀ ਹੈ, ਅਣਿਆਲੇ ਤੀਰ ਸਤਿਗੁਰਾਂ ਦੇ ਹਿਰਦੇ ਨੂੰ ਵਿੰਨ੍ਹ ਜਾਂਦੇ ਨੇ, ਅਤੇ ਉਦੋਂ ਫਿਰ ਮਨੁੱਖ ਨੂੰ ਫਿਰ ਪਤਾ ਲੱਗਦਾ ਕਿ ਮੈਂ ਤਾਂ ਐਵੇਂ ਮਾਣ ਵਿੱਚ ਡੁੱਬਿਆ ਫਿਰਦਾ ਹਾਂ, ਮੈਂ ਤਾਂ ਕੁਝ ਵੀ ਨਹੀਂ ਹਾਂ। ਜੇ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਕਬੀਰ ਸਾਚਾ ਸਤਿਗੁਰ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਛੇਕ। ਕਹਿੰਦੇ ਜਦੋਂ ਇਸ ਤਰ੍ਹਾਂ ਸੱਚੇ ਸਤਿਗੁਰੂ ਜੀ ਸ਼ਬਦ ਰੂਪੀ ਤੀਰ ਚਲਾਉਂਦੇ ਨੇ, ਉਹ ਤੀਰ ਹਿਰਦੇ ਨੂੰ ਜਾ ਕੇ ਵਿੰਨ੍ਹ ਜਾਂਦਾ ਅਤੇ ਹਿਰਦੇ ਅੰਦਰ ਛੇਕ ਪੈਦਾ ਹੁੰਦਾ, ਭਾਵ ਹਿਰਦੇ ਦੇ ਅੰਦਰ ਵਿਰਾਗ ਪੈਦਾ ਹੋ ਜਾਂਦਾ ਹੈ। ਜਦੋਂ ਹਿਰਦੇ ਅੰਦਰ ਵਿਰਾਗ ਪੈਦਾ ਹੁੰਦਾ, ਉਦੋਂ ਫਿਰ ਮਨੁੱਖ ਨੂੰ ਪਤਾ ਲੱਗਦਾ ਕਿ ਪਿੱਛੇ ਮੈਂ ਐਵੇਂ ਮਾਣ ਵਿੱਚ ਡੁੱਬਿਆ ਫਿਰਦਾ ਸੀ। ਅਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਜਦੋਂ ਮੈਂ ਆਪਣੇ ਗੁਰੂ ਦੀ ਸ਼ਰਨ ਵਿੱਚ ਆਇਆ, ਚਰਨਾਂ ਵਿੱਚ ਜੁੜਿਆ ਅਤੇ ਗੁਰੂ ਦੇ ਪਾਵਨ ਉਪਦੇਸ਼ ਨੂੰ ਸ਼ਰਵਣ ਕੀਤਾ, ਹਿਰਦੇ ਅੰਦਰ ਵਸਾਇਆ, ਇੱਕ ਪਾਸੇ ਗੁਰੂ ਦੀ ਵਿਚਾਰਧਾਰਾ ਰੱਖੀ, ਇੱਕ ਪਾਸੇ ਜਿਹੜੇ ਮੇਰੇ ਮਨ ਦੇ ਬਲਬਲੇ ਸਨ, ਮਨ ਦੇ ਵਿਚਾਰ ਸੀ, ਉਹ ਰੱਖਣਾ ਕੀਤੇ। ਜਦੋਂ ਦੇਖਿਆ ਕਿ ਜਿਹੜੇ ਮਨ ਦੇ ਬਲਬਲਿਆਂ ਕਰਕੇ ਮੇਰੇ ਮਨ ਵਿੱਚ ਆਪਣੀ ਧਨ ਸੰਪਦਾ ਦਾ, ਆਪਣੀ ਜਵਾਨੀ ਦਾ, ਜੋਬਨ ਦਾ, ਆਪਣੇ ਕਾਰੋਬਾਰ ਦਾ, ਇਤਿਆਦਿਕ ਗੁਣਾਂ ਦਾ ਜੀਵ ਦੇ ਮਨ ਵਿੱਚ ਇਹ ਮਾਣ ਹੈ, ਅਤੇ ਸਾਰੀ ਜ਼ਿੰਦਗੀ ਗੁਰੂ ਤੋਂ ਬਿਨਾਂ ਇਸੇ ਤਰ੍ਹਾਂ ਲੰਘਾ ਦਿੱਤੀ ਅਤੇ ਆਪਣੇ ਮਨ ਦਾ ਮਾਣ ਨਹੀਂ ਮੈਂ ਤਿਆਗ ਸਕਿਆ। ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਇੱਥੇ ਬਚਨ ਕਰਦੇ ਨੇ, ਮਾਈ ਮੈਂ ਮਨ ਕੋ ਮਾਣ ਨਾ ਤਿਆਗਿਓ, ਮੈਂ ਮਨ ਦਾ ਮਾਣ ਨਹੀਂ ਤਿਆਗ ਸਕੇ। ਹੇ ਮਾਈ ਮਾਇਆ ਕੇ ਮਦ ਜਨਮ ਸਿਰਾਇਓ, ਮਾਇਆ ਦੇ ਮਦ ਦਾ ਅਰਥ ਹੈ ਨਸ਼ਾ, ਮਦਹੋਸ਼ ਹੋਣਾ। ਜੇ ਨਸ਼ਾ ਪੀ ਕੇ ਜੀਵ ਮਦਹੋਸ਼ ਹੋ ਜਾਂਦਾ, ਉਹਨੂੰ ਆਪਣੇ ਆਪ ਦੀ ਸੋਝੀ ਨਹੀਂ ਰਹਿੰਦੀ ਹੈ। ਇਸੇ ਪ੍ਰਕਾਰ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿਹੜਾ ਜੀਵ ਮਾਇਆ ਦੇ ਵਿੱਚ ਗਲਤਾਨ ਹੋ ਜਾਂਦਾ ਹੈ, ਉਹਨੂੰ ਫਿਰ ਗੁਰੂ ਸਵਾਰਿਓ ਆਪਣੇ ਆਪ ਦੀ ਸੋਝੀ ਨਹੀਂ ਰਹਿੰਦੀ ਹੈ। ਮਾਇਆ ਕੇ ਮਦ ਜਨਮ ਸਿਰਾਇਓ, ਇਸੇ ਤਰ੍ਹਾਂ ਮਾਇਆ ਦੇ ਮਦ ਨਸ਼ੇ ਵਿੱਚ ਮਦਹੋਸ਼ ਹੋ ਕੇ ਆਪਣਾ ਜਨਮ ਜਿਹੜਾ ਵਿਅਰਥ ਬਤੀਤ ਕਰ ਲਿਆ। ਰਾਮ ਭਜਨ ਨਹੀਂ ਲਾਗਿਓ, ਰਮੰਤੀ ਰਾਮ ਵਾਹਿਗੁਰੂ ਦੀ ਭਜਨ ਬੰਦਗੀ ਨਹੀਂ ਕੀਤੀ, ਉਹਦੀ ਭਜਨ ਬੰਦਗੀ ਲੱਗਿਆ ਨਹੀਂ। ਹੁਣ ਗੁਰੂ ਸਵਾਰੇ ਗੱਲ ਚੱਲ ਰਹੀ ਹੈ ਕਿ ਮਾਣ ਦੀ, ਗੱਲ ਚੱਲ ਰਹੀ ਹੈ ਮਾਇਆ ਦੀ। ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਰ ਮਾਣ ਤੇ ਨਾਲ ਹੀ ਮਾਇਆ ਦੀ ਗੱਲ ਕੀਤੀ ਗਈ ਹੈ। ਸਤਿਗੁਰੂ ਜੀ ਦਾ 12 ਤੇ ਵਧੀਕਨਾਮੇ ਬਾਣੀ ਦੇ ਵਿੱਚ ਇੱਕ ਸ਼ਬਦ ਹੈ, ਸਲੋਕ ਹੈ, ਜਿਹਦੇ ਵਿੱਚ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ। ਕਹਿੰਦੇ ਨੇ, 73 ਬਾਜ਼ਾਰ
सौदा करन बनजारिया, सच बखर जिन लद्दिया सचड़े पासार, पंथा प्रेम न जानी भूली फिरै गवार, नानक हर बिसराए कै पौंदे नरक अंधियार, माया मनोह न बीसरै मांगै दम्मा दम, सो प्रभ चित न आविचर मूल करम, तिचड़ मूल न थुड़ी दो जिचर आप किरपाल, शब्द अखुट बाबा नानका खाहे खर्च धन माल। गुरु साहबान जी वचन करते हैं, तिहत्तड़े बाजार सौदा करन बनजारिया, कि जीव नूं परमात्मा ने संसार विच भेजिया स्वासां रूपी पूंजी दे के, कि इत्थे जाके तू नाम दा वपार कर। पर जीव कहंदे परमात्मा दे नाम नूं छड्ड के सारी उम्र ही माया दा वपार करदा रहा। कहंदे इस तरह झूठे वपारां विच लग्गिया रहा। फिर पातशाह कहते तिहत्तड़े बाजार सौदा करन बनजारिया, सच बखर जिन लद्दिया से सचड़े पासार। जिन्होंने सच का बखर बनज लदना किया, वपार किया है, भाव जिहड़े सच दे पांधी बने नाम जपिया है, वो गुरु सवारे फिर उस मालक दे दर ते प्रवान होए। उन्हां दा कीता होया वपार गुरु साहबान दर ते प्रवान है। पर कहते जीव इस्तरी की हालत कैसी है, सौदा करन बनजारिया, सच बखर जिन लदड़िया से हचड़े पासार, पंथा प्रेम न जानी भूली फिरै गवार, नानक हर बिसराए कै पौंदे नरक अंधियार। सतगुरु कहते जिहड़ा पंथा प्रेम का मार्ग है, प्रेम का रस्ता है, ये गवार मूर्ख जीव इस्तरी कहते उन्होंने जानती नहीं है, क्योंकि उस मार्ग ते के तुर के गई नहीं है, हर समय झूठ का व्यापार करती रही। तो इहो जी जीव इस्तरी की हालत इहो जी हो जाती है। पंथा प्रेम न जाने भूली फिरै गवार, नानक हर बिसराए कै पौंदे नरक अंधियार। नानक गुरु जी उचारण करते ने, कहते इस तरह उस जीव इस्तरी नूं फिर परमात्मा का नाम बिसर जाता। जिहड़ियां जीव इस्तरी नूं परमात्मा का नाम भुलदा है, असल विच फिर वो नरकां दे विच पैंदे हन। उन्हां नूं जम्मण मद चक्कर विच वार वार वो जमदे, वार वार मरदे, टेढ़ियां मेढ़ियां जूनां विच वो जीव भटकदे फिरदे ने। अगली पंक्ति च गुरु साहबान जी समझाते ने, कहते ने सौदा करन बनजार, सच बखर सचड़े पासार, पंथा प्रेम न जानी भूली फिरै गवार, नानक हार बिसराए कै पौंदे नरक अंधियार, माया मनोह न बीसरै मांगै दम्मा दम, सो प्रभ चित न आवे नानक नहीं करम, तिचर मूल न थुड़ी दो जिचर आप किरपाल, शब्द अखुट बाबा नानका खाहे खर्च धन माल। ते पातशाह जी कहते हरेक दम हरेक साह दे राही उस मालक नूं चेते करना सी, वाहिगुरू की आराधना करनी सी। पर जीव की हालत कैसी हो गई, कहते माया मनो ना बीसर है। हरेक दम हरेक साह दे राही ये जीव कहता हाय माया, हाय माया। तो ये ही गुरु सर ये गलता रहिंदा। हुण इहदा मतलब ये नहीं कि माया नहीं कमाणी, माया तो बिना साडा गुजरान नहीं है। हर एक मनुख की ये सोच है, जिहड़ा गरीब है वह कहता मैं अमीर हो जावां, ते अमीर पुरुष कहता मैं होर ज़्यादा अमीर हो जावां। ये सोच है। पर गुरु सवारे सतगुरु कहते तू एक नंबर दे राही दसां नोहां की किरत करके तू लखां करोड़ां कमा, पर जे 2 नंबर का घर माया तू घर विच लै नशे नूं बेच के इत्यादि चोरियां ठगियां करके लैके आउंदा है, असल विच तू वो विस गंदलां ने जो अपने बच्चियां नूं अपने परिवार नूं तू खिला रहा है।
ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਪ੍ਰਕਾਰ ਜਿਹੜੇ ਕਹਿੰਦੇ ਹਰੇਕ ਸਾਹ ਰਾਹੀਂ ਪਰਮਾਤਮਾ ਦਾ ਨਾਮ ਜਪਣਾ ਸੀ, ਪਰ ਕਹਿੰਦੇ ਜੀਵ ਕਹਿੰਦਾ ਹਾਏ ਮਾਇਆ ਹਰੇਕ ਸਾਹ ਦੇ ਰਾਹੀਂ ਕਹਿੰਦੇ ਮਾਇਆ ਨੂੰ ਚੇਤੇ ਕਰਦਾ ਹੈ। ਮਾਇਆ ਮਨੁ ਨਾ ਬੀਸਰੈ, ਮੰਗੈ ਦਮਾ ਦਮ, ਸੋ ਪ੍ਰਭ ਚੇਤਨ ਆਵੇ, ਨਾਨਕ ਨਹੀਂ ਕਰਾਮ। ਸਤਿਗੁਰੂ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਪ੍ਰਭੂ ਪਰਮਾਤਮਾ ਇਸ ਜੀਵ ਇਸਤਰੀ ਦੇ ਜੀਵ ਦੇ ਚਿੱਤ ਚੇਤੇ ਵਿੱਚ ਨਹੀਂ ਆ ਰਿਹਾ, ਪਰ ਕਹਿੰਦੇ ਜੀਵ ਦਾ ਕਸੂਰ ਨਹੀਂ ਹੈ। ਕਹਿੰਦੇ ਇਹਦੇ ਕਰਮਾਂ ਦੇ ਵਿੱਚ ਕਹਿੰਦੇ ਪਰਮਾਤਮਾ ਦਾ ਨਾਮ ਲਿਖਿਆ ਹੀ ਨਹੀਂ ਹੈ, ਕਿਉਂਕਿ ਗੁਰੂ ਦੀ ਇਬਾਦਤ ਕਰਨੀ, ਨਾਮ ਜਪਣਾ, ਬਾਣੀ ਪੜ੍ਹਨੀ ਜਾਂ ਚੰਗੇ ਕੰਮ ਕਰਨੇ, ਸੇਵਾ ਸਿਮਰਨ ਕਰਨਾ, ਇਹ ਗੁਰੂ ਕਿਰਪਾ ਕਰ ਦੇਵੇ ਫਿਰ ਹੀ ਗੁਰੂ ਸਿਰੇ ਹੁੰਦਾ ਹੈ। ਸਾਡੇ ਚੰਗੇ ਭਾਗ ਨੇ ਜੋ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਾਂ। ਤੇ ਸਤਿਗੁਰੂ ਕਹਿੰਦੇ ਇਹ ਕਰਮਾਂ ਵਿੱਚ ਨਹੀਂ ਸੀ ਭਾਈ, ਨਾਨਕ ਨਹੀਂ ਕਰਾਮੇ। ਭਾਈ ਦੇ ਜੀਵ ਦੇ ਕਰਮ ਹੀ ਨਹੀਂ, ਮੱਥੇ ਉੱਤੇ ਲਿਖਿਆ ਹੀ ਨਹੀਂ ਹੈ, ਜਿਸ ਕਰਕੇ ਇਹ ਜੀਵ ਭਟਕਣਾ ਵਿੱਚ ਫਸਿਆ ਫਿਰਦਾ ਹੈ। ਤੇ ਅਖੀਰਲੀਆਂ ਪੰਕਤੀ ਪਾਤਸ਼ਾਹ ਬਚਨ ਕਰਦੇ ਨੇ, ਨਾਨਕ ਨਹੀਂ ਕਰਾਂ ਤਿਚਰ ਮੂਲ ਨਾ ਥੋੜੀ ਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਕਹਿੰਦੇ ਜਿਹਦੇ ਉੱਤੇ ਉਸ ਕਿਰਪਾਲੂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਕਿਰਪਾ ਦੇ ਘਰ ਵਿੱਚ ਆਉਂਦਾ ਹੈ, ਉਸ ਜੀਵ ਨੂੰ ਕਿਸੇ ਪ੍ਰਕਾਰ ਦਾ ਫਿਰ ਘਾਟਾ ਨਹੀਂ ਰਹਿੰਦਾ। ਉਹ ਨਾਮ ਦਾ ਵਪਾਰ ਕਰਦਾ, ਨਾਮ ਜਪਦਾ ਰਹਿੰਦਾ, ਅੱਠੇ ਪੈਰ ਸਾਸ ਗ੍ਰਾਹ ਦੁਆਰਾ। ਉਹਦੇ ਕੋਲ ਸ਼ਬਦਾਂ ਦਾ ਅਖੁੱਟ ਭੰਡਾਰ ਭਰਿਆ ਹੁੰਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਫਿਰ ਉਹ ਖਾਹੇ ਖਰਚ ਧਨ ਮਾਲ, ਉਸ ਮਾਲ ਨੂੰ ਕਹਿੰਦੇ ਖਾਂਦਾ ਖਰਚਦਾ ਹੈ। ਭਾਵ ਆਪ ਜਪੈ ਅਬਰਾ ਨਾਮ ਜਪਾ ਵਾਲੀ ਉਸ ਜੀਵ ਦੀ ਅਵਸਥਾ ਬਣ ਜਾਂਦੀ ਹੈ। ਭਾਵ ਇੱਕ ਮਾਇਆ ਦਾ ਪ੍ਰਭਾਵ ਹੋਣ ਕਰਕੇ ਹੀ ਜੀਵ ਦੀ ਹਾਲਤ ਇਹੋ ਜਿਹੀ ਹੋ ਗਈ। ਹੁਣ ਗੁਰੂ ਸਵਾਰਿਓ, ਜਿਸ ਜੀਵ ਦੇ ਕੋਲ ਮਾਇਆ ਹੈ ਉਹ ਵੀ ਦੁਖੀ ਹੈ, ਜਿਹਦੇ ਕੋਲ ਮਾਇਆ ਨਹੀਂ ਹੈ ਉਹ ਵੀ ਦੁਖੀ ਹੈ। ਗੁਰਬਾਣੀ ਮਤ ਆਪਾਂ ਦੇਖਦੇ ਹਾਂ, ਜਿਹੜਾ ਜਿਹਦੇ ਕੋਲ ਮਾਇਆ ਨਹੀਂ ਹੈ ਉਹ ਮਾਇਆ ਨੂੰ ਪ੍ਰਾਪਤ ਕਰਨ ਲਈ ਦਿਨ ਰਾਤ ਦੌੜ ਭੱਜ ਕਰਦਾ, ਪਰ ਮਿਲਦੀ ਕਰਮਾਂ ਕਰਕੇ। ਜਿਹਦੇ ਕੋਲ ਹੈ ਉਹ ਲੁਕਾਉਂਦਾ ਫਿਰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਦੇਖੋ ਕਿਹੋ ਜਿਹੀ ਖੇਡ ਹੈ ਇਸ ਮਾਇਆ ਦੀ। ਭਗਤ ਕਬੀਰ ਸਾਹਿਬਾਨ ਜੀ ਇੱਕ ਬਚਨ ਆਉਂਦੇ ਨੇ, ਕਹਿੰਦੇ ਨੇ ਜੇਕਰ ਦੇਖੋ, ਕਹਿੰਦੇ ਇੱਕ ਹੈ ਧਨਹੀਣ ਪੁਰਸ਼, ਇੱਕ ਹੈ ਧਨ ਵਾਲਾ ਪੁਰਸ਼। ਦੋਨਾਂ, ਉਹ ਵੀ ਮਨੁੱਖ ਹੈ ਤੇ ਉਹ ਵੀ ਮਨੁੱਖ। ਜਿਹਦੇ ਕੋਲ ਧਨ ਹੈ ਉਹ ਵੀ ਮਨੁੱਖ ਹੈ, ਜਿਹਦੇ ਕੋਲ ਧਨ ਨਹੀਂ ਹੈ, ਗਰੀਬ ਹੈ, ਉਹ ਵੀ ਮਨੁੱਖ ਹੈ। ਪਰ ਦੋਨਾਂ ਦੇ ਸੁਭਾਅ ਵਿੱਚ ਬੜਾ ਫਰਕ ਹੈ। ਜੇਕਰ ਧਨਵਾਨ ਪੁਰਸ਼ ਦੇ ਘਰ ਵਿੱਚ ਗਰੀਬ ਇਨਸਾਨ ਚਲਿਆ ਜਾਵੇ ਤੇ ਅੱਗੋਂ ਜਿਹੜਾ ਉਹ ਧਨਵਾਨ ਪੁਰਸ਼ ਹੈ ਉਸ ਗਰੀਬੜੇ ਵੱਲ ਵੇਖ ਕੇ ਗੁਰੂ ਸਰ ਪਿੱਛਾ ਕਰ ਲੈਂਦਾ ਕਿ ਮੈਂ ਇਹਦੇ ਪਾਸੋਂ ਕੀ ਲੈਣਾ, ਚੰਗੀ ਤਰ੍ਹਾਂ ਨੂੰ ਉਹਦਾ ਆਓ ਭਗਤ ਨਹੀਂ ਕਰਦਾ। ਇਹਦੇ ਉਲਟ ਕਹਿੰਦੇ ਜੇਕਰ ਉਹ ਧਨਵਾਨ ਪੁਰਸ਼ ਕਿਸੇ ਗਰੀਬ ਦੇ ਘਰ ਚਲਿਆ ਜਾਵੇ ਤੇ ਭਗਤ ਜੀ ਕਹਿੰਦੇ ਫਿਰ ਅੱਗੋਂ ਜਿਹੜਾ ਗਰੀਬੜਾ ਹੈ ਉਹ ਆਓ ਭਗਤ ਕਰਦਾ ਹੈ, ਬੜੇ ਅਦਬ ਸਤਿਕਾਰ ਨਾਲ ਨੂੰ ਬੈਠਣ ਲਈ ਆਖਦਾ, ਜਲ ਪਾਣੀ ਪੁੱਛਦਾ। ਕਹਿੰਦੇ ਇਹ ਕਾਰਨ ਕੀ ਹੈ? ਕਹਿੰਦੇ ਗੱਲ ਕੀ ਹੈ ਕਿ ਮਨ ਵਿੱਚ ਮਾਇਆ, ਜਿਹਦੇ ਕੋਲ ਮਾਇਆ ਨੂੰ ਆਪਣੀ ਮਾਇਆ ਦਾ ਹੰਕਾਰ ਹੈ। ਭਗਤ ਜੀ ਦਾ ਪਾਵਨ ਸ਼ਬਦ ਕਿ ਨਿਰਤਨ ਆਦਰ ਕੋਈ ਨਾ ਦੇ, ਲਾਖ ਯਤਨ ਕਰੇ ਉਹ ਚਿੱਤ ਨਾ ਤਰੇ। ਜੇ ਨਿਰਤਨ ਸਰਦਨ ਕਹਿ ਜਾਏ, ਜੇ ਨਿਰਤਨ ਸਰਦਨ ਕਹਿ ਜਾਏ, ਆਗੈ ਬੈਠਾ ਪੀਠ ਫਿਰਾਏ। ਜੇ ਸਰਦਨ ਨਿਰਦਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਕਹਿੰਦੇ ਉਹ ਆਦਰ ਦਿੰਦਾ, ਮਾਣ ਦਿੰਦਾ ਤੇ ਬੜੇ ਸਤਿਕਾਰ ਨਾਲ ਬਿਠਾਉਂਦਾ ਹੈ। ਹੁਣ ਕਹਿੰਦੇ ਹੈ ਤਾਂ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ। ਨਿਰਤਨ ਸਰਦਨ ਦੋਨੋਂ ਭਾਈ, ਪ੍ਰਭ ਕੀ ਕਲਾ ਨ ਮੇਟੀ ਜਾਏ। ਚਾਹੇ ਗਰੀਬ ਹੈ ਚਾਹੇ ਅਮੀਰ ਹੈ, ਕਹਿੰਦੇ ਹੈ ਤਾਂ ਦੋਨੋਂ ਭਰਾ ਨੇ। ਉਹ ਵੀ ਮਨੁੱਖ ਹੈ ਤੇ ਉਹ ਵੀ ਮਨੁੱਖ ਹੈ, ਇੱਕ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ।
ਇਕਨਾਂ ਦੇ ਵਿਕਰਮਾਂ ਕਰਕੇ ਧਨ ਸੰਪਦਾ ਕੋਲ ਹੈ, ਇਕਨਾਂ ਦੇ ਕੋਲ ਗੁਰੂ ਸਰੇ ਚੰਗੇ ਕਰਮ ਨਹੀਂ ਸੀ, ਪੁੰਨ ਦਾਨ ਨਹੀਂ ਕੀਤਾ, ਜਿਸ ਕਰਕੇ ਉਹ ਕਰਮਾਂ ਕਰਕੇ ਗਰੀਬ ਹੈ। ਪਰ ਹੈ ਇੱਕ ਪਰਮਾਤਮਾ ਦੇ ਸਾਰੇ ਬੱਚੇ। ਸਾਡਾ ਮਾਤਾ ਪਿਤਾ ਪਰਮਾਤਮਾ ਜਿਹਨੂੰ ਸਾਨੂੰ ਪੈਦਾ ਕੀਤਾ ਹੋਇਆ ਹੈ। ਅਸਲ ਵਿੱਚ ਦੁਨਿਆਵੀ ਤੌਰ 'ਤੇ ਸਾਡੇ ਮਾਂ ਬਾਪ ਨੇ, ਪਰ ਸਾਡੇ ਮਾਂ ਬਾਪ ਜਿੰਨੇ ਵੀ ਆਪਾਂ ਜੀਵ ਹਨ, ਸਾਰਿਆਂ ਦਾ ਇੱਕ ਪਿਤਾ ਹੈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਮਨੁੱਖ ਦੀ ਆਦਤ ਹੈ ਕਿ ਜੋ ਪਰਿਪੂਰਨ ਪਰਮਾਤਮਾ ਨੇ ਮਨੁੱਖ ਨੂੰ ਦੇਣਾ ਕੀਤਾ ਨਾ, ਉਹਨੂੰ ਪ੍ਰਾਪਤ ਕਰਕੇ ਮਨੁੱਖ ਫਿਰ ਮਾਣ ਕਰਦਾ ਹੈ, ਹੰਕਾਰ ਵਿੱਚ ਅਫਰ ਜਾਂਦਾ। ਅਤੇ ਪਾਤਸ਼ਾਹ ਕਹਿੰਦੇ ਨਹੀਂ, ਤੂੰ ਆਪਣੇ ਮਨ 'ਚ ਨਿਮਰਤਾ ਲਿਆ। ਜੇ ਨਿਮਰਤਾ ਰੱਖੇਗਾ, ਨਿਮਰਤਾ ਦੇ ਨਾਲ ਤੂੰ ਵੱਡੇ ਵੱਡੇ ਜੰਗ ਜੋ ਜਿੱਤ ਸਕਦਾ, ਵੱਡੇ ਵੱਡਿਆਂ ਦੇ ਮਨਾਂ ਨੂੰ ਜਿੱਤ ਸਕਦਾ ਹੈ। ਕਹਿੰਦੇ ਨੇ ਇੱਕ ਰਾਜਾ ਜਿਹਨੇ ਆਪਣੇ ਵਜ਼ੀਰ ਦੇ ਨਾਲ ਆਪਣੇ ਮਨ ਦੀ ਗੱਲ ਕੀਤੀ। ਵਜ਼ੀਰ ਨੂੰ ਕੋਲ ਸੱਦਿਆ, ਕਹਿਣ ਲੱਗਾ, ਦੇਖ ਭਰਾਵਾ, ਮੇਰੇ ਕੋਲ ਧਨ ਸੰਪਦਾ ਬੜੀ ਹੈ, ਰਾਜ ਭਾਗ ਮੈਂ ਭੋਗ ਰਿਹਾ ਹਾਂ, ਕਿਸੇ ਪ੍ਰਕਾਰ ਦੀ ਕਮੀ ਨਹੀਂ ਹੈ, ਪਰ ਮੇਰੇ ਅੰਦਰ ਦਿਨੋਂ ਦਿਨ ਬੜੀ ਤ੍ਰਿਸ਼ਨਾ ਵੱਧਦੀ ਜਾ ਰਹੀ ਹੈ। ਮੈਨੂੰ ਆਪਣੀ ਧਨ ਸੰਪਦਾ ਦਾ, ਰਾਜ ਭਾਗ ਦਾ ਬੜਾ ਮਾਣ ਹੈ, ਹੰਕਾਰ ਹੈ, ਅਤੇ ਮੇਰਾ ਮਨ ਹਰ ਸਮੇਂ ਬੇਚੈਨ ਰਹਿੰਦਾ ਹੈ। ਇੰਨਾ ਕੁਝ ਹੋਣ ਦੇ ਬਾਵਜੂਦ ਹੀ ਮਨ ਬੇਚੈਨ ਰਹਿਣਾ, ਕੋਈ ਤਰੀਕਾ ਦੱਸ ਤਾਂ ਕਿ ਮੇਰੇ ਮਨ ਦਾ ਇਲਾਜ ਹੋ ਸਕੇ। ਜਿਹੜਾ ਉਹ ਵਜ਼ੀਰ ਸੀ, ਵਜ਼ੀਰ ਬੜਾ ਸਿਆਣਾ, ਕਹਿਣ ਲੱਗਿਆ, ਰਾਜਨ, ਮਨ ਨੂੰ ਸ਼ਾਂਤੀ ਦੇਣ ਵਾਸਤੇ ਇੱਕੋ ਇੱਕ ਤਰੀਕਾ ਹੈ, ਉਹ ਹੈ ਪਰਮਾਤਮਾ ਦਾ ਨਾਮ ਜਪਣਾ, ਵਾਹਿਗੁਰੂ ਦੀ ਬੰਦਗੀ ਕਰਨੀ। ਜੇ ਵਾਹਿਗੁਰੂ ਦੀ ਬੰਦਗੀ ਕਰਾਂਗੇ ਨਾ, ਅਤੇ ਬੰਦਗੀ ਕਰਨ ਦੇ ਨਾਲ ਮਨ ਨੂੰ ਸਕੂਨ ਪ੍ਰਾਪਤ ਹੋਵੇਗਾ, ਮਨ ਨੂੰ ਸ਼ਾਂਤੀ ਪ੍ਰਾਪਤ ਹੋਵੇਗੀ। ਹੁਣ ਰਾਜਾ ਕਹਿਣ ਲੱਗਿਆ, ਫਿਰ ਦੱਸ ਮੈਂ ਇਹ ਨਾਮ ਲਵਾਂ ਕਿਤੋਂ? ਜਿਵੇਂ ਆਪਾਂ ਆਪਣੇ ਗੁਰੂ ਸਾਹਿਬਾਨ ਪਾਸੋਂ, ਪੰਜ ਪਿਆਰੇ ਸਾਹਿਬਾਨਾਂ ਪਾਸੋਂ ਆਪਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਦੇ ਹਾਂ, ਅਤੇ ਸਾਨੂੰ ਗੁਰੂ ਦੀ ਹਜ਼ੂਰੀ ਵਿੱਚ ਉਹ ਗੁਰੂ ਦਾ ਨਾਮ ਦੱਸਦੇ ਨੇ ਕਿ ਆਹ ਵਾਹਿਗੁਰੂ ਮੰਤਰ ਹੈ, ਆਹ ਗੁਰਮੰਤਰ ਹੈ। ਅਤੇ ਰਾਜਾ ਕਹਿਣ ਲੱਗਿਆ, ਨਾਮ ਲਵਾਂ ਕਿਤੋਂ? ਉਹ ਵਜ਼ੀਰ ਕਹਿਣ ਲੱਗਿਆ, ਰਾਜਨ, ਇਹ ਤੂੰ ਮੇਰੇ ਉੱਤੇ ਛੱਡ ਦੇ, ਮੈਂ ਕੋਈ ਇਹੋ ਜਿਹਾ ਰੱਬ ਦਾ ਪਿਆਰਾ ਲੱਭਦਾ ਹਾਂ ਜਿਹੜਾ ਭਜਨ ਬੰਦਗੀ ਵਿੱਚ ਲੀਨ ਹੋਵੇ, ਦਿਨ ਰਾਤ ਉਸ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਹੋਵੇ, ਉਹਦੇ ਕੋਲ ਤੈਨੂੰ ਮੈਂ ਲੈ ਕੇ ਚੱਲਾਂਗਾ। ਹੁਣ ਵਜ਼ੀਰ ਨੇ ਭਾਲ ਕੀਤੀ, ਸਾਰੀਆਂ ਥਾਵਾਂ 'ਤੇ ਵਿਚਰਿਆ, ਇੱਕ ਰੱਬ ਦਾ ਪਿਆਰਾ ਗੁਰਮੁਖ ਨਾਮ ਰਸੀਆ ਬੰਦਗੀ ਕਰਨ ਵਾਲਾ, ਉਹਦੀ ਸੰਗਤ ਵਿੱਚ ਜਾ ਕੇ ਵਜ਼ੀਰ ਪਹੁੰਚਿਆ। ਦੋਨੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੰਤ ਜੀ, ਮੇਰਾ ਰਾਜਾ ਉਹ ਨਾਮ ਦੀ ਦਾਤ ਲੈਣਾ ਚਾਹੁੰਦਾ ਹੈ। ਅਤੇ ਉਹਨੇ ਸਾਰੀ ਘਟਨਾ ਦੱਸੀ, ਕਿਸ ਤਰ੍ਹਾਂ ਨੂੰ ਉਹਦੇ ਮਨ 'ਚ ਆਪਣੇ ਧਨ ਸੰਪਦਾ ਦਾ ਮਾਣ ਹੈ, ਜਿਹੜਾ ਆਪਣਾ ਰਾਜ ਭਾਗ ਦਾ ਮਾਣ ਹੈ, ਪਰ ਹੈ ਰਾਜਾ ਚਾਹੁੰਦਾ ਕਿ ਮਨ ਨੂੰ ਸ਼ਾਂਤੀ ਮਿਲ ਜਾਵੇ, ਅਤੇ ਆਪ ਜੀ ਕਿਰਪਾ ਕਰਕੇ ਰਾਜੇ ਨੂੰ ਨਾਮ ਦੀ ਦਾਤ ਦੇਣਾ ਕਰੋ। ਉਹ ਜੁਗਤੀ ਦੱਸੋ ਜਿਹਦੇ ਰਾਹੀਂ ਨਾਮ ਜਪ ਕੇ ਉਹਦੇ ਮਨ ਨੂੰ ਸ਼ਾਂਤੀ ਮਿਲ ਸਕੇ। ਅਤੇ ਰੱਬ ਦਾ ਪਿਆਰਾ ਉਹ ਫਕੀਰ ਸੰਤ ਆਖਣ ਲੱਗਿਆ, ਕਹਿਣ ਲੱਗਾ, ਲੋੜ ਕਿਹਨੂੰ ਹੈ? ਲੋੜ ਹੈ ਰਾਜੇ ਨੂੰ, ਅਤੇ ਮੈਨੂੰ ਰਾਜੇ ਤਾਈਂ ਕੋਈ ਲੋੜ ਨਹੀਂ ਹੈ। ਮੈਂ ਤਾਂ ਪਰਮੇਸ਼ਰ ਰੂਪੀ ਰਾਜੇ ਨਾਲ ਜੁੜਿਆ ਹੋਇਆ ਏ, ਜਿਹਨੇ ਪਰਮੇਸ਼ਰ ਦੀ ਵਡਿਆਈ ਵਾਸਤੇ, ਪ੍ਰਭੂ ਦੇ ਗੁਣਾਂ ਵਾਸਤੇ ਮੇਰੇ ਕੋਲ ਚੱਲ ਕੇ ਆਉਣਾ। ਕਹਿੰਦੇ ਜੇ ਉਹ ਚਾਹੁੰਦਾ ਮੈਂ ਨਾਮ ਜਪਣਾ ਤਾਂ ਖੁਦ ਮੇਰੇ ਕੋਲ ਚੱਲ ਕੇ ਆਵੇ। ਹੁਣ ਪਿਆਸਾ ਹੈ, ਪਿਆਸਾ ਖੂਹ ਦੇ ਕੋਲ ਪਿਆਸੇ ਨੂੰ ਜਾ ਕੇ ਜਾਣਾ ਪੈਂਦਾ ਹੈ। ਕਦੇ ਇਹ ਹੋਇਆ ਕਿ ਪਿਆਸਾ ਬੈਠਾ ਹੋਵੇ ਅਤੇ ਖੂਹ ਚੱਲ ਕੇ ਪਿਆਸੇ ਕੋਲ ਚਲਿਆ ਜਾਵੇ? ਇਹ ਤਾਂ ਨਹੀਂ ਹੋ ਸਕਦਾ ਹੈ। ਜਿਹਨੂੰ ਪਿਆਸ ਲੱਗੀ ਹੈ ਉਹ ਨਲਕੇ ਦੇ ਕੋਲ, ਟੂਟੀ ਦੇ ਕੋਲ, ਉਹ ਖੂਹ ਦੇ ਕੋਲ ਚੱਲ ਕੇ ਜਾਵੇਗਾ। ਅਤੇ ਸੰਤ ਜੀ ਕਹਿਣ ਲੱਗੇ ਕਿ ਭਾਈ ਮੇਰੇ ਕੋਲ ਚੱਲ ਕੇ ਆਵੇ, ਮੈਂ ਨਹੀਂ ਜਾਣਾ ਰਾਜੇ, ਮੈਨੂੰ ਰਾਜੇ ਦੀ ਪਰਵਾਹ ਨਹੀਂ ਹੈ।
ਤੇ ਵਜ਼ੀਰ ਨੇ ਸਾਰੀ ਘਟਨਾ ਦੱਸੀ ਕਿ ਫਲਾਣੀ ਥਾਂ ਤੇ ਫਲਾਣਾ ਸੰਤ ਰਹਿੰਦਾ ਹੈ। ਪਰ ਗੱਲ ਇਹ ਆ, ਉਹ ਬੇਪਰਵਾਹ ਹੈ, ਉਹ ਨਹੀਂ ਤੇਰੇ ਜੈਸੇ ਰਾਜਿਆਂ ਦੀ ਪਰਵਾਹ ਨਹੀਂ ਕਰਦਾ। ਜੇ ਤੂੰ ਬਾਕੀ ਤੂੰ ਖੁਸ਼ੀ ਲੈਣਾ ਚਾਹੁੰਦਾ ਕਿ ਰਾਜਨ ਚੱਲ ਉਸ ਸੰਤ ਦੇ ਕੋਲ ਆਪਾਂ ਚਲੀਏ ਤੇ ਸੰਤ ਤੇਰੇ ਉੱਤੇ ਕਿਰਪਾ ਕਰੇਗਾ, ਤੈਨੂੰ ਨਾਮ ਦੀ ਦਾਤ ਦੇਵੇਗਾ ਤੇ ਨਾਮ ਜਪ ਕੇ ਤੇਰਾ ਭਲਾ ਹੋ ਜਾਵੇਗਾ। ਕਹਿੰਦੇ ਨੇ ਉਸ ਸਮੇਂ ਰਾਜੇ ਨੇ ਆਪਣੇ ਨਾਲ ਫੌਜਾਂ ਲਈਆਂ, ਸੈਨਾ ਲਈ, ਹਾਥੀ ਉੱਤੇ ਸਵਾਰ ਹੋਇਆ, ਸੋਨਾ ਚਾਂਦੀ ਇਤਿਆਦਿ ਹੀਰੇ ਜਵਾਹਰਤ ਲਏ ਨੇ। ਜਦੋਂ ਘੋੜੇ ਤੋਂ ਹਾਥੀ ਥੱਲੇ ਉਤਰਿਆ, ਜਾ ਕੇ ਸੰਤ ਜੀ ਨੂੰ ਸਜਦਾ ਕੀਤਾ, ਨਮਸਕਾਰ ਕੀਤੀ ਹੈ। ਨਮਸਕਾਰ ਕਰਕੇ ਗੁਰੂ ਸਰ ਕੋਲ ਬੈਠ ਗਿਆ, ਕਹਿਣ ਲੱਗਿਆ ਕਿ ਮੈਨੂੰ ਕਿਰਪਾ ਕਰੋ, ਨਾਮ ਦੀ ਦਾਤ ਦੇਣਾ ਕਰੋ। ਤੇ ਰਾਜਾ ਉਹ ਸੰਤ ਜੀ ਕਹਿਣ ਲੱਗੇ ਕਿ ਇਹਨਾਂ ਸੋਨੇ ਚਾਂਦੀ ਦੇ ਨਾਲ ਤੈਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਣੀ ਹੈ। ਰਾਜ ਨੇ ਇਸ ਤਰ੍ਹਾਂ ਨਾਮ ਨਹੀਂ ਲਿਆ ਜਾਂਦਾ, ਤੂੰ ਤਾਂ ਮੇਰੇ ਕੋਲ ਇਸ ਤਰ੍ਹਾਂ ਚੜ੍ਹ ਕੇ ਜਿਵੇਂ ਕਿਸੇ ਜੰਗ ਯੁੱਧ ਲਈ ਜਾ ਰਿਹਾ ਹੋਵੇ। ਕਹਿਣ ਲੱਗਿਆ ਹੁਕਮ ਕਰੋ ਜੀ। ਅੱਗੋਂ ਰਾਜੇ ਨੇ ਆਖਿਆ, ਅੱਗੋਂ ਸੰਤ ਜੀ ਕਹਿਣ ਲੱਗੇ ਇਕੱਲਾ ਚੱਲ ਕੇ ਆ, ਕੋਈ ਸਿਪਾਹੀ ਨਾ ਲੈ ਕੇ ਆ, ਕੋਈ ਸੈਨਾ ਨਾਲ ਨਾ ਲੈ ਕੇ ਆ, ਇਕੱਲਾ ਮੇਰੇ ਕੋਲ ਚੱਲ ਕੇ ਆ, ਫਿਰ ਤੇਰੇ ਉੱਤੇ ਬਖਸ਼ਿਸ਼ ਹੋਵੇਗੀ ਕਾਲ ਪੁਰਖ ਦੀ। ਹੁਣ ਦੂਸਰਾ ਦਿਨ ਹੋਇਆ। ਦੂਸਰੇ ਦਿਨ ਗੁਰੂ ਸਾਹਿਬ ਇਹ ਜਿਹੜਾ ਰਾਜਾ ਸੀ ਇਹ ਸਾਦੇ ਵਸਤਰਾਂ ਦੇ ਵਿੱਚ ਤੇ ਮਹਾਂਪੁਰਖਾਂ ਦੇ ਕੋਲ ਆਇਆ। ਜਦੋਂ ਮਹਾਂਪੁਰਖਾਂ ਨੂੰ ਆ ਕੇ ਸਜਦਾ ਕੀਤਾ, ਨਮਸਕਾਰ ਕੀਤੀ ਹੈ, ਤੇ ਮਹਾਂਪੁਰਖਾਂ ਨੇ ਗੁਰੂ ਸਵਾਰੇ ਆਪਣੀ ਜੁੱਤੀ ਲਾਈ ਦੇ ਸਿਰ ਵਿੱਚ ਮਾਰਨ ਲੱਗ ਪਏ। ਜੋ ਜੁੱਤੀ ਲਾਈ ਸਿਰ ਵਿੱਚ ਮਾਰਨ ਲੱਗੇ ਤੇ ਇੱਕ ਪਾਸੇ ਰਾਜਾ, ਇੱਕ ਪਾਸੇ ਆਮ ਫਕੀਰ, ਤੇ ਰਾਜੇ ਦੇ ਸਿਰ ਜੁੱਤੀ ਵੱਜੀ ਹੈ ਤੇ ਰਾਜੇ ਨੂੰ ਬੜਾ ਗੁੱਸਾ ਆਇਆ। ਤੇ ਰਾਜਾ ਕਹਿਣ ਲੱਗਿਆ ਕਿ ਮਹਾਂਪੁਰਖੋ ਪਛਾਣਿਆ ਨਹੀਂ ਮੈਨੂੰ, ਮੈਂ ਉਹੀ ਕੱਲ੍ਹ ਵਾਲਾ ਰਾਜਾ ਹਾਂ ਤੇ ਤੁਸੀਂ ਮੈਨੂੰ ਪਹਿਚਾਣਿਆ ਨਹੀਂ ਤੇ ਤੁਸੀਂ ਮੇਰੇ ਇਹ ਜੁੱਤੀਆਂ ਮਾਰ ਰਹੇ ਹੋ। ਤੇ ਮਹਾਂਪੁਰਖ ਕਹਿਣ ਲੱਗੇ ਜਿਹੜੀ ਤੇਰੇ ਅੰਦਰ ਮੈਂ ਖਲੋਤੀ ਹੈ ਨਾ, ਜਿਹੜਾ ਕਹਿੰਦਾ ਮੈਂ ਉਹੀ ਕੱਲ੍ਹ ਵਾਲਾ ਰਾਜਾ। ਕਹਿੰਦੇ ਇਸ ਮੈਂ ਨੂੰ ਮੈਂ ਤਿਆਗਣ ਲਈ ਤੈਨੂੰ ਆਖਣਾ ਕੀਤਾ ਸੀ, ਤੂੰ ਆਪਣੇ ਹਾਥੀ ਘੋੜੇ ਇਤਿਆਦਿਕ ਸੈਨਾ ਪਿੱਛੇ ਛੱਡ ਕੇ ਆ ਗਿਆ, ਪਰ ਮੈਂ ਦੇਖਣਾ ਚਾਹੁੰਦਾ ਸੀ ਕਿ ਬਾਕੀ ਤੇਰੇ ਵਿੱਚੋਂ ਉਹ ਮੈਂ ਮੁੱਕ ਗਈ ਕਿ ਨਹੀਂ ਮੁੱਕੀ ਹੈ, ਪਰ ਮੈਂ ਤਾਂ ਹਾਲੇ ਤੱਕ ਖਲੋਤੀ ਹੈ। ਜਦੋਂ ਇੰਨੇ ਬਚਨ ਕੀਤੇ ਤੇ ਰਾਜਾ ਉਸੇ ਸਮੇਂ ਹੱਥ ਜੋੜ ਕੇ ਖਲੋ ਕੇ ਕਿਰਪਾ ਕਰੋ ਜੀ, ਹੁਣ ਮੈਨੂੰ ਸਮਝਾਵੋ ਤਾਂ ਕਿ ਮੇਰੇ ਅੰਦਰੋਂ ਮੈਂ ਮੁੱਕ ਜਾਵੇ। ਫਿਰ ਉਸ ਸਮੇਂ ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਨੇ ਉਸ ਮਹਾਂਪੁਰਖ ਨੇ ਭਗਤ ਕਬੀਰ ਸਾਹਿਬਾਨ ਜੀ ਦਾ ਸ਼ਲੋਕ ਉਚਾਰਨ ਕੀਤਾ। ਕਹਿੰਦੇ ਨੇ ਦੇਖੋ ਧਰਤੀ ਦੇ ਉੱਤੇ ਖੰਡ ਖਿਲਰੀ ਹੋਈ ਹੈ, ਉਸ ਖੰਡ ਨੂੰ ਇੱਕ ਹਾਥੀ ਜੇ ਸੋਚੇ ਮੈਂ ਆਪਣੀ ਸੁੰਡ ਨਾਲ ਚੁੱਕ ਲਵਾਂ, ਕਹਿੰਦੇ ਸੁੰਡ ਨਾਲ ਨਹੀਂ ਚੁੱਕੀ ਜਾ ਸਕਦੀ ਹੈ। ਇੱਕ ਛੋਟੀ ਜਿਹੀ ਕੀੜੀ, ਉਹ ਕੀੜੀ ਗੁਰੂ ਸਵਾਰਿਓ ਉਸ ਇਕੱਲੇ ਇਕੱਲੇ ਦਾਣੇ ਨੂੰ ਚੁੱਕ ਕੇ ਆਪਣੀ ਥਾਂ 'ਤੇ ਇਕੱਠੀ ਕਰ ਲੈਂਦੀ ਹੈ। ਤੇ ਸਤ ਕਹਿਣ ਲੱਗੇ ਇਸੇ ਤਰ੍ਹਾਂ ਜੇ ਮਨ ਵਿੱਚ ਨਿਮਰਤਾ ਹੋਵੇ ਨਾ, ਨਿਮਰਤਾ ਦੇ ਨਾਲ ਵੱਡੇ ਵੱਡਿਆਂ ਦਾ ਦਿਲ ਜਿੱਤਿਆ ਜਾ ਸਕਦਾ ਹੈ। ਭਗਤ ਜੀ ਨੇ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਾਥੀ ਚੁਨੀ ਨਾ ਜਾਏ, ਕਹਿ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕਹਿ ਖਾਏ। ਕਬੀਰ ਸਾਹਿਬਾਨ ਜੀ ਬਚਨ ਕਰਦੇ ਨੇ, ਕਹਿੰਦੇ ਕਹਿ ਕਬੀਰ ਗੁਰ ਭਲੀ ਬੁਝਾਈ, ਗੁਰੂ ਨੇ ਚੰਗੀ ਤਰ੍ਹਾਂ ਜਣਾ ਦਿੱਤਾ, ਕੀਟੀ ਹੋਏ ਕਹਿ ਖਾਏ। ਹੁਣ ਕੀੜੀ ਕੀ ਹੈ? ਨਿਮਰਤਾ। ਕੀੜੀ ਹੈ ਨਿਮਰਤਾ, ਹਾਥੀ ਹੈ ਮਾਣ ਹੰਕਾਰ। ਤੇ ਭਗਤ ਜੀ ਨੇ ਉਸ ਸਮੇਂ ਉਸ ਸੰਤ ਜੀ ਨੇ ਆਖਿਆ, ਕਹਿਣ ਲੱਗੇ ਕਿ ਭਾਈ ਜਿਹੜਾ ਰਾਜਨ ਤੇਰੇ ਅੰਦਰ ਮਾਣ ਹੈ ਇਹ ਹਾਥੀ ਦੀ ਨਿਆਈ ਹੈ, ਤੇ ਇਸ ਮਾਣ ਨੂੰ ਤਿਆਗ ਦੇ, ਤੂੰ ਇਸ ਤਰ੍ਹਾਂ ਆਪਣੇ ਅੰਦਰ ਨਿਮਰਤਾ ਧਾਰਨ ਕਰ ਲੈ। ਤੇ ਨਿਮਰਤਾ ਧਾਰਨ ਕਰ ਲਵੇਗਾ ਤੇਰੇ ਮਨ ਨੂੰ ਸ਼ਾਂਤੀ ਮਿਲ ਜਾਵੇਗੀ। ਫਿਰ ਰਾਜੇ ਨੇ ਗੁਰੂ ਸਵਾਰਿਓ ਇਹ ਬਚਨ ਮੰਨੇ, ਨਿਮਰਤਾ ਅੰਦਰ ਪੈਦਾ ਹੋ ਗਈ, ਰਾਜ ਭਾਗ ਦਾ ਮਾਣ ਮੁੱਕ ਗਿਆ, ਤ੍ਰਿਸ਼ਨਾ ਸਾਰੀ ਮੁੱਕ ਗਈ।
ਤੇ ਉਸ ਸਮੇਂ ਰਾਜਾ ਪਰਮਾਤਮਾ ਦੇ ਗੁਣਾਂ ਦਾ ਗਿਆਨ ਕਰਦਾ ਤੇ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ। ਫਿਰ ਆਪਣੇ ਵਜ਼ੀਰ ਨੂੰ ਆਖਣ ਲੱਗਿਆ ਕਿ ਜਿਹੜੀ ਸ਼ਾਂਤੀ ਨੂੰ ਪ੍ਰਾਪਤ ਕਰਨ ਲਈ ਮੈਂ ਇੰਨਾ ਸਮਾਂ ਮਿਹਨਤ ਮੁਸ਼ੱਕਤ ਕੀਤੀ ਤੇ ਅੱਜ ਮੇਰੇ ਉੱਤੇ ਮਾਲਕ ਦੀ ਕਿਰਪਾ ਹੋਈ ਹੈ, ਵਾਹਿਗੁਰੂ ਦੀ ਕਿਰਪਾ ਹੋਈ ਹੈ। ਨਾਮ ਜਪ ਕੇ ਅੱਜ ਮੇਰੇ ਮਨ ਨੂੰ ਸ਼ਾਂਤੀ ਮਿਲ ਗਈ ਹੈ। ਅੱਜ ਮੇਰੇ ਮਨ ਦੀ ਦੌੜ ਭੱਜ ਸਾਰੀ ਖਤਮ ਹੋ ਗਈ ਹੈ। ਤੇ ਗੁਰੂ ਸਵਾਰੇ ਇਸ ਤਰ੍ਹਾਂ ਜਦੋਂ ਮਨੁੱਖ ਮਨ ਵਿੱਚ ਮਾਣ ਤਿਆਗ ਦਿੰਦਾ ਨਾ, ਨਿਮਰਤਾ ਆ ਜਾਂਦੀ ਹੈ, ਫਿਰ ਉਹਦੇ ਮਨ ਨੂੰ ਸਕੂਨ ਮਿਲਦਾ, ਸ਼ਾਂਤੀ ਮਿਲਦੀ ਹੈ। ਪਰ ਗੁਰੂ ਸਾਹਿਬਾਨ ਇੱਥੇ ਬਚਨ ਕਰਦੇ ਨੇ, ਕਹਿੰਦੇ ਮਾਈ ਮੈਂ ਮਨ ਕੋ ਮਾਣ ਨਾ ਤਿਆਗੇ। ਹੇ ਮਾਂ, ਮੈਂ ਮਨ ਕੋ ਮਾਣ ਨਾ ਤਿਆਗਿਓ, ਮੈਂ ਆਪਣੇ ਮਨ ਦਾ ਮਾਣ ਨਹੀਂ ਤਿਆਗ ਸਕਿਆ। ਹਰ ਸਮੇਂ ਸੇ ਮਾਣ ਵਿੱਚ ਡੁੱਬਿਆ ਰਿਹਾ। ਮਾਇਆ ਕੇ ਮਦ ਜਨਮ ਸਿਰਾਇਓ, ਮਾਇਆ ਦੇ ਮਦ ਨਸ਼ੇ ਦੇ ਵਿੱਚ ਹੀ ਆਪਣੇ ਜਨਮ ਨੂੰ ਕਹਿੰਦੇ ਬਤੀਤ ਕੀਤਾ। ਰਾਮ ਭਜਨ ਨਹੀਂ ਲਾਗਿਓ। ਤੇ ਇਹ ਮਨੁੱਖਾ ਜਨਮ ਮਿਲਿਆ ਸੀ ਪਰਮਾਤਮਾ ਦੇ ਗੁਣ ਗਾਇਨ ਕਰਨ ਦੇ ਲਈ, ਵਡਿਆਈ ਕਰਨ ਦੇ ਲਈ। ਪਰ ਕਹਿੰਦੇ ਕਦੇ ਵੀ ਆਪਣੇ ਮਨ ਨੂੰ ਕਦੇ ਉਹ ਸਰਮੰਤੀ ਰਾਮ ਦੀ ਭਜਨ ਬੰਦਗੀ 'ਚ ਨਹੀਂ ਲਾਇਆ। ਇਸੇ ਤਰ੍ਹਾਂ ਹੀ ਅਜਾਈ ਆਪਣਾ ਮਨੁੱਖਾ ਜਨਮ ਗਵਾ ਦਿੱਤਾ। 12 ਤੇ ਵਧੀਕ ਨਾਮੇ ਬਾਣੀ ਦੇ ਵਿੱਚ ਗੁਰੂ ਸਾਹਿਬਾਨ ਦਾ ਇੱਕ ਸ਼ਲੋਕ ਆਉਂਦਾ ਹੈ, ਜਿਹਦੇ ਰਾਹੀਂ ਸਤਿਗੁਰੂ ਸਾਨੂੰ ਸਮਝਾ ਰਹੇ ਹਨ। ਪਾਤਸ਼ਾਹ ਜੀ ਦਾ ਫਰਮਾਨ ਕਿ ਉਦੋਂ ਸਾਹ ਕਿਆ ਨਿਸ਼ਾਨੀ, ਤੋਟ ਨਾ ਆਵੈ ਅੰਨੀ। ਪੰਗਤੀ ਪਹਿਲੀ ਪੰਗਤੀ ਜਿਹੜੀ ਹੈ ਸਵਾਲ ਹੈ, ਉਦੋਂ ਸਾਹ ਕਿਆ ਨਿਸ਼ਾਨੀ। ਫਿਰ ਉੱਤਰ ਦਿੰਦੇ ਨੇ ਤੋਟ ਨਾ ਆਵੈ ਅੰਨੀ। ਕਹਿੰਦੇ ਨੇ ਉਦੋਂ ਸਾਹ ਦਾ ਅਰਥ ਹੈ ਉਦਮ ਕਰਨਾ ਮਾਇਆ ਨੂੰ ਪ੍ਰਾਪਤ ਕਰਨ ਦੇ ਲਈ। ਜੀਵ ਦਿਨ ਰਾਤ ਬੜੀ ਨੱਠ ਭੱਜ ਕਰਦਾ ਹੈ, ਦਿਨ ਰਾਤ ਭੱਜਿਆ ਫਿਰਦਾ ਹੈ। ਕਹਿੰਦੇ ਜਦੋਂ ਇਸ ਤਰ੍ਹਾਂ ਦਾ ਕੀਤੇ ਹੋਏ ਉਦਮ ਦੇ ਨਾਲ ਜੀਵ ਨੂੰ ਕਹਿੰਦੇ ਕੀ ਨਿਸ਼ਾਨੀ ਹੈ, ਕੀ ਕਹਿੰਦੇ ਤੋਟ ਨਾ ਆਵੇ ਅੰਨੀ। ਕਹਿੰਦੇ ਸੱਚ ਹੈ ਇਹ ਜਿਹੜਾ ਇਸ ਤਰ੍ਹਾਂ ਉਦਮ ਕਰਦਾ ਦਿਨ ਰਾਤ, ਉਹਦੇ ਕੋਲ ਕਹਿੰਦੇ ਮਾਇਆ ਹੋ ਜਾਂਦੀ ਹੈ, ਪਦਾਰਥ ਇਕੱਠੇ ਹੋ ਜਾਂਦੇ ਨੇ ਤੇ ਉਹਨਾਂ ਪਦਾਰਥਾਂ ਵਿੱਚ ਉਹ ਜੀਵ ਖਚਤ ਹੋ ਜਾਂਦਾ। ਪਰ ਕਹਿੰਦੇ ਉਹਦੇ ਨੇਤਰਾਂ ਉੱਤੇ ਭਰਮ ਦਾ ਪਰਦਾ ਪੈ ਜਾਂਦਾ ਹੈ, ਉਹਦੇ ਵਿੱਚ ਹੀ ਜੀਵ ਅੰਨਾ ਹੋਇਆ ਫਿਰਦਾ। ਤੋਟ ਨਾ ਆਵੇ ਅੰਨੀ। ਸਤੀ ਰੰਨੀ ਘਰੇ ਸਿਆਪਾ, ਰੋਬਨ ਕੂੜੀ ਕੰਮੀ। ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹੰਮੀ। ਸਤਿਗੁਰੂ ਜੀ ਕਹਿੰਦੇ ਨੇ ਜਿਹਦੇ ਅੰਦਰ ਇਹ ਮਾਇਆ ਕਤਰ ਕਰਨ ਦੀ ਹੋੜ ਲੱਗ ਜਾਂਦੀ ਨਾ, ਸਤੀ ਰੰਨੀ ਘਰੇ ਸਿਆਪਾ, ਰੋਬਨ ਕੂੜੀ ਕੰਮੀ। ਸਤੀ ਕਿਉਂ ਨੇ, ਕਿਹੜੇ ਨੇ? ਜਿਹੜੇ ਸਾਡੇ ਇੰਦਰੇ ਨੇ ਅੰਦਰ। 2 ਅੱਖਾਂ ਹੋ ਗਈਆਂ, ਨੱਕ ਹੋ ਗਏ, ਨੱਕ ਦੀਆਂ ਨਾਸਾਂ 2 ਹੋ ਗਈਆਂ। ਅਤੇ ਇਸੇ ਤਰ੍ਹਾਂ ਗੁਰੂ ਸਵਾਰਿਓ ਸਾਡਾ ਮੁੱਖ ਹੋ ਗਿਆ, ਇੰਦਰੀ ਹੋ ਗਈ, ਇਹਨਾਂ ਦੀ ਗਿਣਤੀ 7 ਬਣ ਗਈ। ਕਹਿੰਦੇ ਇਹ ਆਪਸ ਵਿੱਚ ਵਿਕਾਰਾਂ ਨੂੰ ਭੋਗਣ ਦੇ ਲਈ ਲੜਦੇ ਨੇ, ਝਗੜਦੇ ਨੇ। ਅੱਖਾਂ ਦੇ ਨਾਲ ਜੀਵ ਪਰਾਇਆ ਰੂਪ ਤੱਕਦਾ, ਅੱਖੀ ਦੇਖਣ ਰੱਜੀਆਂ ਉਹ ਰੰਗ ਤਮਾਸ਼ੇ, ਭਾਈ ਗੁਰਦਾਸ ਜੀ ਕਹਿੰਦੇ ਨੇ। ਅਤੇ ਇਸ ਤਰ੍ਹਾਂ ਗੁਰੂ ਸਵਾਰੇ ਜੀਭਾਂ ਨਾਲ ਅਨੇਕਾਂ ਪ੍ਰਕਾਰ ਰਸਕਾ ਚੱਖਦਾ ਹੈ, ਕੰਨਾਂ ਨਾਲ ਗੰਦੇ ਮੰਦੇ ਗੀਤ ਸੁਣਦਾ ਹੈ ਅਤੇ ਵਿਸ਼ੇ ਰਸਾਂ ਨੂੰ ਇਹ ਭੋਗਦਾ ਹੈ। ਇੰਝ ਗੁਰੂ ਸਵਾਰਿਓ ਜੀਵ ਦੇ ਜਿਹੜੇ ਇਹ ਘਰ ਵਿੱਚ ਹੀ ਕਹਿੰਦੇ ਅੰਦਰ ਕਲਾ ਕਲੇਸ਼ ਪੈ ਜਾਂਦਾ। ਹਿਰਦੇ ਦੇ ਵਿੱਚ ਕਹਿੰਦੇ ਇਹ ਜਿਹੜੇ 7 ਨੇ, ਸਤੀ ਰੰਨੀ ਘਰੇ ਸਿਆਪਾ, ਘਰ ਵਿੱਚ ਸਿਆਪਾ ਪੈ ਜਾ, ਕਲਾ ਕਲੇ ਲੜਾਈ ਝਗੜਾ ਹੋਣ ਲੱਗ ਪੈਂਦਾ। ਰੋਵੈ ਕੂੜੀ ਕੰਮੀ, ਜੋ ਲੇਵੈ ਸੋ ਦੇਵੈ ਨਾਹੀ, ਖੱਟੇ ਦਮ ਸਹੰਮੀ। ਅਤੇ ਪਾਤਸ਼ਾਹ ਕਹਿੰਦੇ ਉਦਮ ਕਰਕੇ ਬੜਾ ਧਨ ਸੰਪਦਾ ਕਮਾ ਲਈ। ਇੱਕ ਕੰਜੂਸ ਨੇ ਬੜਾ ਧਨ ਇਕੱਤਰ ਕਰ ਲਿਆ, ਕਹਿੰਦੇ ਇਕੱਠਾ ਕਰਕੇ ਲੈ ਕੇ ਆਪਣੇ ਕੋਲ ਰੱਖਣਾ ਕੀਤਾ। ਪਰ ਕਹਿੰਦੇ ਕਿਸੇ ਲੋੜਵੰਦ ਦੀ ਉਸ ਧਨ ਨਾਲ ਸਹਾਇਤਾ ਨਹੀਂ ਕੀਤੀ, ਲੋੜਵੰਦ ਦੀ ਮਦਦ ਨਹੀਂ ਕੀਤੀ, ਸਾਂਭ ਕੇ ਰੱਖਦਾ ਰਿਹਾ।
ਕਹਿੰਦੇ ਇਸ ਤਰ੍ਹਾਂ ਕਹਿੰਦੇ ਇਹ ਜੀਵ ਆਪਣੇ ਜੀਵਨ ਨੂੰ ਇਸੇ ਤਰ੍ਹਾਂ ਉਸ ਮਨੁੱਖ ਨੇ ਬਤੀਤ ਕਰ ਲਿਆ। ਤੇ ਗੁਰੂ ਸਾਹਿਬਾਨ ਜੀ ਸਮਝਾਉਂਦੇ ਨੇ ਕਿ ਮਾਇਆ ਕੇ ਮਦ ਜਨਮ ਸਿਰਾਇਓ ਰਾਮ ਭਜਨ ਨਹੀਂ ਲਾਗਿਓ। ਮਾਇਆ ਦੇ ਮਦ ਨਸ਼ੇ ਦੇ ਵਿੱਚ ਹੀ ਆਪਣੇ ਜਨਮ ਨੂੰ ਬਤੀਤ ਕੀਤਾ, ਬੰਦਗੀ ਕਰਨੀ ਸੀ ਪਰਮਾਤਮਾ ਦੀ, ਪਰ ਕਹਿੰਦੇ ਰਾਮ ਭਜਨ ਨਹੀਂ ਲਾਗਿਓ। ਰਮੰਤੀ ਰਾਮ ਦੀ ਭਜਨ ਬੰਦਗੀ 'ਚ ਇਹ ਜੀਵ ਨਹੀਂ ਲੱਗਿਆ ਹੈ। ਰਹਾਉ ਜਮ ਕੋ ਡੰਡ ਪਰਿਓ ਸਿਰ ਉਪਰ ਤਬ ਸੋਬਤ ਤੈ ਜਾਗਿਓ। ਸਤਿਗੁਰੂ ਜੀ ਨੂੰ ਸਵਾਲ ਕੀਤਾ ਕਿ ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਕੇ ਦੱਸੋ ਫਿਰ ਜੀਵ ਭਜਨ ਬੰਦਗੀ 'ਚ ਕਿਉਂ ਨਹੀਂ ਲੱਗਿਆ, ਕਾਰਨ ਕੀ ਹੈ? ਸਤਿਗੁਰੂ ਕਹਿੰਦੇ ਇਹ ਸੁੱਤਾ ਪਿਆ ਅਵਿਦਿਆ ਰੂਪੀ ਰਾਤ ਵਿੱਚ। ਇਹ ਭਗਤ ਕਬੀਰ ਸਾਹਿਬਾਨ ਜੀ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰਹਿ ਉੱਠ ਕੇ ਨਾ ਜਪਹਿ ਮੁਰਾਰ। ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਕਹਿੰਦੇ ਇੱਕ ਦਿਨ ਸਮਾਂ ਆਣਾ ਮਨੁੱਖ ਤੂੰ ਲੰਬੇ ਗੋਡੇ ਪਸਾਰ ਕੇ ਸੋ ਜਾਣਾ। ਤੈਨੂੰ ਬਥੇਰਾ ਤੇਰੇ ਪੁੱਤਰਾਂ ਨੇ, ਧੀਆਂ ਨੇ, ਘਰ ਵਾਲੀ ਨੇ, ਮਾਤਾ ਪਿਤਾ ਨੇ ਉਠਾਉਣ ਦੀ ਕੋਸ਼ਿਸ਼ ਕਰਨੀ ਹੈ, ਉਦੋਂ ਤੂੰ ਉੱਠ ਨਹੀਂ ਸਕੇਗਾ। ਕਬੀਰ ਸੂਤਾ ਕਿਆ ਕਰਹਿ ਉੱਠ ਕੇ ਨਾ ਜਪਹਿ ਮੁਰਾਰ। ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ। ਫਿਰ ਗੁਰੂ ਸਵਾਰੇ ਸਵਾਲ ਕੀਤਾ ਕਬੀਰ ਸਾਹਿਬਾਨ ਜੀ ਨੂੰ ਕਿ ਉੱਠ ਕੇ ਕਰਨਾ ਕੀ ਹੈ? ਕਬੀਰ ਜੀ ਕਹਿੰਦੇ ਨੇ, ਕਬੀਰ ਸੂਤਾ ਕਿਆ ਕਰਹਿ ਬੈਠਾ ਰਹੋ ਅਰ ਜਾਗ। ਜਾ ਕੇ ਸੰਗ ਕੇ ਬੀਸ਼ਰਾ ਤਾਹੀ ਕੇ ਸੰਗ ਲਾਗ। ਜਾ ਕੇ ਸੰਗ ਤੇ ਬੀਸ਼ਰਾ ਕਹਿੰਦੇ ਭਾਈ ਜਾਗਰਤ ਅਵਸਥਾ ਵਿੱਚ ਆ ਅਵਿਦਿਆ ਰੂਪੀ ਰਾਤ ਨੂੰ ਤਿਆਗ, ਨੀਂਦ ਨੂੰ ਤਿਆਗਣਾ ਕਰ। ਜਿਹਦੇ ਰਾਹੀਂ ਤੂੰ ਕਰਮਾਂ ਕਰਕੇ ਵਿਛੜਿਆ ਹੋ, ਜਿਹਦੇ ਨਾਲੋਂ ਕਹਿੰਦੇ ਉਹਦੇ ਨਾਲ ਜੁੜਨਾ ਕਰ, ਉਹਦੀ ਇਬਾਦਤ ਕਰ, ਉਹਦੇ ਗੁਣ ਗਾਇਨ ਕਰ, ਫਿਰ ਤੂੰ ਉਹਦੇ ਵਿੱਚ ਅਭੇਦ ਹੋ ਜਾਵੇਗਾ, ਲੀਨ ਹੋ ਜਾਵੇਗਾ। ਸੋ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਫਿਰ ਮਾਇਆ ਦੇ ਨਦ ਮਛੇ ਵਿੱਚ ਇਹ ਮਦੋਸ਼ ਹੁੰਦਾ। ਅਵਿਦਿਆ ਰੂਪੀ ਰਾਤ ਸੁੱਤਾ ਪਿਆ, ਕਹਿੰਦੇ ਇਹ ਜਾਗਦਾ ਨਹੀਂ ਹੈ। ਤੇ ਜਾਗਦਾ ਕਦੋਂ ਹੈ? ਜਦੋਂ ਜਮ ਕੋ ਡੰਡ ਪਰਿਓ ਸਿਰ ਉੱਪਰ। ਜਦੋਂ ਜਮ ਦਾ ਡੰਡਾ ਸਿਰ ਉੱਤੇ ਆ ਕੇ ਪੈਂਦਾ ਨਾ, ਭਾਵ ਜਮ ਸਿਰ ਦੀ ਚੋਟੀ ਤੋਂ ਆ ਕੇ ਪਕੜ ਲੈਂਦਾ ਏ, ਤਬ ਸੋਬਤ ਤੈ ਜਾਗਿਓ। ਉਦੋਂ ਕਹਿੰਦੇ ਸੁੱਤਾ ਪਿਆ ਹੁੰਦਾ, ਸੁੱਤੇ ਪਏ ਨੂੰ ਆ ਕੇ ਦਬੋਚ ਲੈਂਦਾ ਜਮ, ਫਿਰ ਕਹਿੰਦੇ ਇਹ ਜਾਗਦਾ। ਤੇ ਉਦੋਂ ਫਿਰ ਗੁਰੂ ਤੋਂ ਜਾਗਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਉਦੋਂ ਸਮਾਂ ਲੰਘ ਚੁੱਕਿਆ ਹੁੰਦਾ ਹੈ। ਆਪ ਪਛਤਾਏ ਕਿਆ ਹੋਤ ਜਬ ਚਿੜੀਆ ਚੋਗੀ ਖੇਤ। ਜ਼ਿਮੀਂਦਾਰ ਨੇ ਖੇਤ ਬੀਜਿਆ, ਫਸਲ ਉਗਾਈ ਹੈ, ਬੀਜ ਬੀਜਣਾ ਕੀਤਾ, ਪਰ ਜੇ ਉਸ ਖੇਤ ਦੀ ਰਖਵਾਲੀ ਨਹੀਂ ਕੀਤੀ, ਉਹਦੇ 'ਚ ਪੰਛੀ ਨਹੀਂ ਉਡਾਣਾ ਕੀਤੇ, ਤੇ ਫਸਲ ਕਿੱਥੋਂ ਹੋਵੇਗੀ? ਪੰਛੀ ਨੇ ਸਾਰਾ ਬੀਜ ਛਕ ਲਿਆ। ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਪਛਤਾਣ ਦਾ ਕਹਿੰਦੇ ਹੁਣ ਕੀ ਫਾਇਦਾ? ਕਹਿੰਦੇ ਜੋ ਚਿੜੀ ਨੇ ਸਾਰਾ ਖੇਤ ਚੁਗ ਲਿਆ। ਕਹਿੰਦੇ ਇਸੇ ਤਰ੍ਹਾਂ ਕਹਿੰਦੇ ਜੋ ਸਮਾਂ ਲੰਘ ਗਿਆ ਨਾ, ਤੇ ਅੰਤਮ ਸਮਾਂ ਆ ਗਿਆ, ਮੌਤ ਨੇ ਦਸਤਕ ਦਿੱਤੀ, ਤੇ ਪਾਤਸ਼ਾਹ ਕਹਿੰਦੇ ਉਦੋਂ ਫਿਰ ਪਛਤਾਉਣ ਦਾ ਕੀ ਫਾਇਦਾ ਹੋਣਾ? ਕੁਝ ਫਾਇਦਾ ਨਹੀਂ ਹੋਣਾ ਹੈ। ਉਦੋਂ ਸਮਾਂ ਲੰਘ ਚੁੱਕਿਆ ਹੁੰਦਾ ਹੈ, ਉਦੋਂ ਫਿਰ ਕਹਿੰਦੇ ਫਿਰ ਜਾਗਣ ਦਾ ਕੋਈ ਫਾਇਦਾ ਨਹੀਂ। ਉਹ ਸਮਾਂ ਜਿਹੜਾ ਲੰਘ ਗਿਆ ਹੁੰਦਾ ਹੈ। ਕਾਹਾ ਹੋਤ ਅਬ ਕੈ ਪਛਤਾਏ ਛੂਟਤ ਨਾਹਿਨ ਭਾਗਿਓ। ਕਹਿੰਦੇ ਫਿਰ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਕਰਦੇ ਨੇ, ਕਾਹਾਂ ਹੋਤ ਅਬ ਕੈ ਪਛਤਾਏ। ਕਹਿੰਦੇ ਹੁਣ ਕਹਿੰਦੇ ਉਸ ਸਮੇਂ ਭਾਈ ਪਛਤਾਪ ਕਰਕੇ ਕੀ ਹੋਣਾ ਹੈ? ਕੁਝ ਨਹੀਂ ਹੋ ਸਕਦਾ। ਛੂਟਤ ਨਾਹਿਨ ਭਾਗਿਓ, ਨਾ ਤੂੰ ਛੁੱਟ ਸਕਦਾ ਹੈ, ਨਾ ਕਿਤੇ ਭੱਜ ਸਕਦਾ ਹੈ। ਮਾਨੂੰ ਆਪਾਂ ਰਸਤੇ ਵਿੱਚ ਕਿਤੇ ਜਾ ਰਹੇ ਹੋਣ, ਤੇ ਰਾਤ ਵੇਲੇ ਕੋਈ ਚੋਰ ਅਚੱਕਾ, ਕੋਈ ਧਾੜਵੀ ਸਾਡੇ ਉੱਤੇ ਹਮਲਾ ਕਰ ਦੇਵੇ, ਆਪਾਂ ਉਹਦੀ ਗ੍ਰਿਫਤ ਵਿੱਚ ਆ ਜਾਈਏ, ਕਿਸੇ ਨਾ ਕਿਸੇ ਸੂਝ-ਬੂਝ ਦੇ ਨਾਲ, ਅਕਲ ਦੇ ਨਾਲ ਆਪਾਂ ਨੂੰ ਧੱਕਾ ਮਾਰ ਕੇ, ਸੱਟ ਚੋਟ ਦੇ ਕੇ ਆਪਾਂ ਉੱਥੋਂ ਭੱਜ ਸਕਦੇ ਹਾਂ। ਇਹ ਤਾਂ ਦੁਨਿਆਵੀ ਧਾੜਵੀ ਨੇ ਨਾ, ਜਿਹੜੇ ਚੋਰੀਆਂ ਕਰਦੇ, ਠੱਗੀਆਂ ਲੋਕਾਂ ਲੁੱਟਦੇ ਨੇ।
ਮਨੁੱਖ ਪਿੱਛੋਂ ਮਨੁੱਖ ਦੇ ਪਿੱਛੋਂ ਭੱਜ ਸਕਦਾ ਹੈ, ਆਪਣਾ ਬਚਾਅ ਕਰ ਸਕਦਾ ਹੈ, ਆਪਣੀ ਜਾਨ ਬਚਾ ਸਕਦਾ ਹੈ, ਪਰ ਜਮਦੂਤਾਂ ਪਾਸੋਂ ਗੁਰੂ ਸਾਹਿਬ ਜਾਨ ਨਹੀਂ ਬਚ ਸਕਦੀ। ਉੱਥੇ ਨਹੀਂ ਭੱਜਿਆ ਜਾਣਾ, ਉੱਥੇ ਤਾਂ ਹਾਲਤ ਇਹੋ ਜਿਹੀ ਹੋ ਜਾਣੀ ਹੈ ਕਿ ਤੇਰਾ ਕੋਈ ਵੀ ਜ਼ੋਰ ਨਹੀਂ ਚੱਲਣਾ। ਤੇਰੇ ਸਰੀਰ ਦਾ ਇੱਕ ਇੱਕ ਇੰਦਰਾ ਹੌਲੀ ਹੌਲੀ ਇਹ ਖੜਦਾ ਜਾਣਾ। ਭਗਤ ਜੀ ਦੇ ਆਪਾਂ ਬਚਨ ਪੜ੍ਹਦੇ ਹਾਂ ਨਾ, ਭਗਤ ਭੀਖਣ ਜੀ ਦੇ ਬਚਨ ਨੇ ਕਿ ਨੈਨੋ ਨੀਰ ਬਹਿ ਤਨ ਖੀਨਾ, ਭੇਤ ਕੇਸ ਦੁੱਧ ਬਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰਹਿ ਪ੍ਰਾਨੀ। ਫਿਰ ਅਗਲੀ ਪੰਕਤੀ ਬਚਨ ਕਰਦੇ ਨੇ, ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤ ਹੈ ਲੈ ਉਬਾਰੀ। ਭਗਤ ਜੀ ਕਹਿੰਦੇ ਨੇ ਜਦੋਂ ਬੁਢਾਪਾ ਆ ਗਿਆ, ਬੁਢਾਪੇ ਦੇ ਵਿੱਚ ਨੈਨੋ ਨੀਰ, ਜਿਹੜੇ ਨੇਤਰਾਂ ਨਾਲ ਤੂੰ ਦੂਰ ਦੂਰ ਤੱਕਦਾ ਸੀ, ਪਰਾਇਆ ਰੂਪ ਤੱਕਦਾ ਸੀ, ਮਾੜਾ ਦੇਖਦਾ ਸੀ, ਕਹਿੰਦੇ ਅੱਜ ਕਹਿੰਦੇ ਉਹਨਾਂ ਨੇਤਰਾਂ ਵਿੱਚੋਂ ਨੀਰ ਵਗਣ ਲੱਗ, ਲਾਈਟ ਘੱਟ ਗਈ, ਰੋਸ਼ਨੀ ਘੱਟ ਗਈ, ਨੀਰ ਵਗਦਾ। ਕਈਆਂ ਦੀ ਹਾਲਤ ਇਹੋ ਜਿਹੀ ਹੋ ਜਾਂਦੀ ਹੈ ਕਿ ਬੁਢਾਪੇ ਵਿੱਚ ਕਈਆਂ ਦੀ ਲਾਈਟ ਬਿਲਕੁਲ ਚਲੀ ਜਾਂਦੀ, ਉਹ ਮੁਨਾਖੇ ਹੋ ਜਾਂਦੇ ਨੇ। ਜਿਹੜੇ ਕਾਲੇ ਸ਼ਾਹ ਕੇਸਾਂ ਉੱਤੇ ਤੈਨੂੰ ਮਾਣ ਸੀ ਆਪਣੀ ਜਵਾਨੀ ਦੇ ਉੱਤੇ, ਕਹਿੰਦੇ ਭੇ ਕੇਸ ਦੁੱਧ ਬਾਨੀ, ਉਹ ਚਿੱਟੇ ਹੋ ਗਏ, ਉਹ ਕੇਸ ਚਿੱਟੇ ਹੋ ਗਏ। ਮੁੱਖੋਂ ਕਹਿੰਦੇ ਤਾੜ ਤਾੜ ਕਰਕੇ ਬੋਲਦਾ ਸੀ, ਅੱਜ ਕਹਿੰਦੇ ਜ਼ਬਾਨ ਵੀ ਰੁਕ ਗਈ, ਰੂਦਾ ਕੰਠ ਸ਼ਬਦ ਨਹੀਂ ਉਚਰਿਆ। ਬੋਲਣ ਨੂੰ ਬੜਾ ਮਨ ਕਰਦਾ ਹੈ ਕਿ ਉੱਚੀ ਉੱਚੀ ਬੋਲਾਂ, ਪਰ ਮੁੱਖੋਂ ਗੁਰੂ ਸਰੇ ਸ਼ਬਦ ਕੋ ਨਿਕਲਦਾ ਨਹੀਂ ਹੈ। ਬਲਗਮ ਨਾਲ ਗੁਰੂ ਸਰ ਜਿਹੜੀ ਰੇਸ਼ੇ ਨਾਲ ਸਾਰਾ ਜਿਹੜਾ ਗਲ ਹੈ ਕੰਠ ਰੁਕ ਗਿਆ, ਬੋਲਣ ਦੀ ਸ਼ਕਤੀ ਖਤਮ ਹੋ ਗਈ। ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪ੍ਰਾਨੀ, ਹੇ ਪ੍ਰਾਣਾ ਧਾਰੀ ਜੀਵ ਹੁਣ ਤੂੰ ਕੀ ਕਰੇਗਾ। ਪਰ ਨਾਲ ਹੀ ਕਹਿੰਦੇ ਨੇ ਰਾਮ ਰਾਏ ਹੋਏ ਬੈਦ ਬਨਵਾਰੀ, ਆਪਣੇ ਸੰਤ ਹੈ ਲੇਹ ਉਬਾਰੀ। ਜਿਹੜਾ ਬਨਵਾਰੀ ਜਗਤ ਦਾ ਮਾਲੀ ਹੈ, ਪਰਮੇਸ਼ਰ ਰਾਮ ਰਾਏ ਰਾਜਾ ਸਰੂਪ ਹੈ, ਕਹਿੰਦੇ ਉਹ ਭਾਈ ਸਹਾਇਤਾ ਕਰਨ ਵਾਲਾ ਏ। ਜਿਹੜੇ ਉਹਦੇ ਸੰਤ ਜਨ ਨੇ, ਬੰਦਗੀ ਕਰਨ ਭਜਨੀਕ ਪੁਰਸ਼ ਨੇ ਨਾ, ਉਹਨਾਂ ਨੂੰ ਸੱਚ ਜਾਣੇ, ਉਸ ਸਮੇਂ ਉਹ ਬਚਾ ਲੈਂਦਾ ਹੈ। ਜਾਂਦੇ ਉਹ ਵੀ ਨੇ ਸੰਸਾਰ ਤੋਂ, ਉਹਨਾਂ ਦਾ ਸਫ਼ਰ ਅਤੇ ਦੂਜਿਆਂ ਦਾ ਮਨਮੁੱਖਾਂ ਦਾ ਸਫ਼ਰ ਵੱਖਰਾ ਹੁੰਦਾ ਹੈ। ਇਹ ਗੁਰਬਾਣੀ ਮੁਤਾਬਕ ਹੈ, ਕਿਸੇ ਨੇ ਉਹ ਸਫ਼ਰ ਦੇਖਿਆ ਨਹੀਂ, ਪਰ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ। ਆਮ ਤੌਰ 'ਤੇ ਸਵਾਲ ਕੀਤੇ ਜਾਂਦੇ ਨੇ ਕਿ ਅਗਲਾ ਲੋਕ ਕਿਹਨੇ ਦੇਖਣਾ ਕੀਤਾ, ਪਰ ਲੋਕ ਕਿਹਨੇ ਦੇਖੇ ਆਏ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ ਇਹ ਲੋਕ ਸੁਖੀਏ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰੂ ਜੀ ਬਾਹਰ ਸਵਰਗ ਅਤੇ ਨਰਕ ਦੀ ਪਾਤਸ਼ਾਹ ਨੇ ਗੱਲ ਕੀਤੀ ਹੈ, ਅਤੇ ਗੁਰੂ ਸਵਾਰੇ ਪਰ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਬੰਦਗੀ ਕਰਨ ਵਾਲੇ ਹੁੰਦੇ ਨੇ ਨਾ, ਉਹਨਾਂ ਦੀ ਫਿਰ ਅਵਸਥਾ ਬਣ ਜਾਂਦੀ। ਕਬੀਰ ਸਾਹਿਬਾਨ ਜੀ ਕਹਿੰਦੇ ਕਬੀਰ ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੈ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰਹੋ ਅੰਤ ਅਰ ਆਦ। ਜਿਨ੍ਹਾਂ ਦਾ ਪ੍ਰਭੂ ਦੇ ਚਰਨਾਂ ਨਾਲ ਇੱਕ ਮਿੱਕ ਹੋ ਜਾਂਦੇ ਨੇ, ਉਹ ਫਿਰ ਨਾ ਉਹ ਸਵਰਗ ਦੀ ਇੱਛਾ ਰੱਖਦੇ, ਨਾ ਨਰਕਾਂ ਵਿੱਚ, ਉਹ ਮੁਕਤ ਹੋ ਜਾਂਦੇ ਨੇ। ਸਵਰਗਾਂ ਤੋਂ ਅੱਗੇ ਗੁਰੂ ਸਰੇ ਮੁਕਤੀ ਹੈ। ਬਹੁਤ ਤਾਦਾਦ ਸਾਡੀ ਸੋਚ ਇੱਥੇ ਖਲੋਤੀ ਹੈ ਕਿ ਆਪਾਂ ਸਵਰਗਾਂ ਦੇ ਵਾਸੀ ਬਣ ਜਾਈਏ, ਪਰ ਮੁਕਤੀ ਨਹੀਂ ਮਿਲ ਸਕਦੀ ਹੈ। ਮੁਕਤੀ ਉਹਨਾਂ ਨੂੰ ਮਿਲਣੀ ਹੈ ਜਿਹੜੇ ਇੱਕ ਮਿੱਕ ਨੇ ਪ੍ਰਭੂ ਦੇ ਨਾਲ, ਜਿਹੜੇ ਅੱਠੇ ਪੈਰ ਸਾਸ ਗਰਾਸ ਦੁਆਰਾ ਉਸ ਮਾਲਕ ਦੇ ਗੁਣਾਂ ਦਾ ਗਾਇਨ ਕਰਦੇ ਨੇ। ਫਿਰ ਉਹ ਗੁਰੂ ਸਵਾਰਿਓ ਉਸ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ, ਅਤੇ ਉਹ ਫਿਰ ਇੱਛਾ ਉਹਨਾਂ ਦਾ ਸਫ਼ਰ ਵੱਖਰਾ ਹੁੰਦਾ। ਮਨਮੁੱਖਾਂ ਦਾ ਸੰਸਾਰ ਤੋਂ ਜਾਣ ਦਾ ਸਫ਼ਰ ਵੱਖਰਾ, ਅਤੇ ਗੁਰਮੁੱਖਾਂ ਦਾ ਜਿਹੜਾ ਸਫ਼ਰ ਵੱਖਰਾ। ਜਾਂਦੇ ਇਸੇ ਤਰ੍ਹਾਂ ਨੇ, ਦੋਨਾਂ ਦੀ ਜਿੰਦ ਸਰੀਰ 'ਚੋਂ ਨਿਕਲਦੀ ਹੈ, ਪਰ ਮਨਮੁੱਖਾਂ ਨੂੰ ਜਮਾਂ ਦੀ ਮਾਰ ਪੈਂਦੀ ਹੈ, ਅਤੇ ਗੁਰਮੁੱਖਾਂ ਨੂੰ ਗੁਰੂ ਸਵਾਰਿਓ ਉਸ ਮਾਲਕ ਦੀ ਦਰਗਾਹ ਦੇ ਵਿੱਚ ਸਤਿਕਾਰ ਮਿਲਦਾ ਹੈ। ਉਹਨਾਂ ਨੂੰ ਵਡਿਆਈ ਮਿਲਦੀ ਹੈ, ਮਾਣ ਮਿਲਦਾ ਹੈ, ਇਹ ਕਿਉਂਕਿ ਉਹਨਾਂ ਨੇ ਕਮਾਈ ਕੀਤੀ ਹੋਈ ਹੈ। ਪਰ ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਤੇ ਆਪਣਾ ਮਨੁੱਖਾ ਜਨਮ ਅਜਾਈ ਗਵਾ ਲਿਆ,
ਕਹਿੰਦੇ ਹੁਣ ਕਹਿੰਦੇ ਤੂੰ ਫਿਰ ਦੱਸ, ਜੀਵਤ ਹੈ ਪਰਮਾਤਮਾ ਦਾ ਨਾਮ ਨਹੀਂ ਜਪਿਆ, ਜਮ ਦਾ ਡੰਡ ਤੇਰੇ ਸਿਰ ਉੱਤੇ ਲੱਗਿਆ ਆ ਕੇ, ਉਦੋਂ ਫਿਰ ਤੂੰ ਜਾਗੇਗਾ, ਉਦੋਂ ਜਾਗਣ ਦਾ ਕੋਈ ਫਾਇਦਾ ਨਹੀਂ ਹੋਣਾ। ਕਹਿੰਦੇ ਕਹਾਂ ਹੋਤ ਅਬ ਕੈ ਪਛਤਾਏ, ਕਹਿੰਦੇ ਨੇ ਹੁਣ ਪਛਤਾਣ ਦਾ ਕਹਿੰਦੇ ਕੀ ਹੋ ਜਾਵੇਗਾ। ਛੂਟਤ ਨਾਹਿਨ ਭਾਗਿਓ, ਨਾ ਤੂੰ ਛੁੱਟ ਸਕਦਾ ਹੈ, ਨਾ ਕਹਿੰਦੇ ਉੱਥੋਂ ਭੱਜ ਸਕਦਾ ਹੈ। ਅੱਜ ਤੱਕ ਕੋਈ ਵੀ ਮੌਤ ਤੋਂ ਬਚਿਆ ਨਹੀਂ, ਜਿਹਦਾ ਸਮਾਂ ਆ ਗਿਆ ਨਾ ਉਹ ਨਹੀਂ ਬਚ ਸਕਦਾ। ਕਈ ਵਾਰ ਆਪਾਂ ਦੇਖਦੇ ਹਾਂ ਸੜਕ ਉੱਤੇ ਜਾ ਰਹੇ ਹਾਂ, ਵੱਡੀਆਂ ਗੱਡੀਆਂ ਦਾ ਐਕਸੀਡੈਂਟ ਹੋ ਗਿਆ, ਘਟਨਾ ਵਾਪਰ ਗਈ, ਗੱਡੀਆਂ ਖਤਮ ਹੋ ਜਾਂਦੀਆਂ ਅਤੇ ਡਰਾਈਵਰ ਬਚ ਜਾਂਦਾ, ਵੀ ਸਵਾਰੀ ਜਿਹੜੀ ਬੈਠੀ ਹੁੰਦੀ ਉਹ ਬਚ ਜਾਂਦੀ ਹੈ। ਉਹ ਕਾਰਨ ਕੀ ਹੈ ਕਿ ਉਹਨਾਂ ਦਾ ਸਮਾਂ ਨਹੀਂ ਹਲੇ ਤੱਕ ਆਇਆ। ਅਤੇ ਕਈ ਵਾਰੀ ਛੋਟਾ ਜਿਹਾ ਐਕਸੀਡੈਂਟ ਹੁੰਦਾ ਅਤੇ ਛੋਟੇ ਜਿਹੇ ਐਕਸੀਡੈਂਟ ਨਾਲ ਉਸ ਥਾਂ 'ਤੇ ਮਨੁੱਖ ਖਤਮ ਹੋ ਜਾਂਦਾ ਹੈ, ਸਮਾਂ ਆ ਚੁੱਕਾ ਹੁੰਦਾ ਹੈ। ਅਤੇ ਜਦੋਂ ਗੁਰੂ ਸਰ ਇਹ ਤਿੰਨ ਚੀਜ਼ਾਂ ਦਾ ਮੇਲ ਹੋ ਜਾਵੇ, ਥਾਂ, ਸਮਾਂ ਅਤੇ ਕਾਰਨ, ਜੋ ਤਿੰਨਾਂ ਦਾ ਮੇਲ ਹੋ ਗਿਆ, ਉਦੋਂ ਕੋਈ ਇਹੋ ਜਿਹੀ ਤਾਕਤ ਨਹੀਂ ਹੈ ਜੋ ਜੀਵ ਨੂੰ ਬਚਾ ਸਕੇ। ਤਿੰਨਾਂ ਵਿੱਚ ਇੱਕ ਇੱਧਰ ਉੱਧਰ ਹੋ ਜਾਵੇ ਨਾ, ਫਿਰ ਗੁਰੂ ਸਰ ਉਸ ਜੀਵ ਦਾ ਫਿਰ ਬਾਲ ਵਿੰਗਾ ਵੀ ਨਹੀਂ ਹੁੰਦਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਦੋਂ ਉਹ ਸਮਾਂ ਆ ਗਿਆ ਨਾ ਤੂੰ ਛੁੱਟ ਸਕਦਾ, ਨਾ ਕਿਤੇ ਭੱਜ ਸਕਦਾ ਹੈ, ਤੈਨੂੰ ਉਸ ਕਾਲ ਨੇ ਦਬੋਚ ਲੈਣਾ ਹੈ। ਇਹ ਚਿੰਤਾ ਉਪਜੀ ਘਟ ਮਹਿ, ਜਬ ਗੁਰ ਚਰਨਨ ਅਨੁਰਾਗਿਓ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਖੀਰਲੀਆਂ ਪੰਕਤੀਆਂ 'ਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਭਾਈ ਇਹ ਚਿੰਤਾ ਉਪਜੀ ਘਟ ਮਹਿ, ਘਟ ਹਿਰਦੇ ਵਿੱਚ ਇਹ ਚਿੰਤਾ ਮੇਰੇ ਵੀ ਪੈਦਾ ਹੋਈ ਹੈ। ਕਹਿੰਦੇ ਉਦੋਂ ਪੈਦਾ ਹੋਈ ਜਬ ਗੁਰ ਚਰਨਨ ਅਨੁਰਾਗਿਓ, ਜਦੋਂ ਮੇਰਾ ਗੁਰੂ ਦੇ ਚਰਨਾਂ ਨਾਲ ਪਿਆਰ ਪੈ ਗਿਆ ਨਾ, ਗੁਰੂ ਦੇ ਬਚਨ ਮੈਂ ਸੁਣਨਾ ਕੀਤੇ, ਸੁਣ ਕੇ ਆਪਣੇ ਮਨ ਵਿੱਚ ਵਸਾਏ। ਫਿਰ ਗੁਰੂ ਨੇ ਦੱਸਿਆ ਸਮਝਾਇਆ ਕਿ ਇਸ ਤਰ੍ਹਾਂ ਜਮ ਆ ਕੇ ਦਬੋਚ ਲੈਂਦੇ ਨੇ, ਇਸ ਤਰ੍ਹਾਂ ਫਿਰ ਜੀਵ ਨੂੰ ਜਾਣਾ ਪੈਂਦਾ ਹੈ, ਅਤੇ ਨਾਮ ਤੋਂ ਹੀਣਾ ਹੋਣ ਕਰਕੇ ਉਹਨੂੰ ਮਾਰ ਪੈਂਦੀ ਹੈ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਮੇਰੇ ਘੱਟ ਹਿਰਦੇ ਇਹ ਚਿੰਤਾ ਪੈਦਾ ਹੋ ਗਈ, ਕਿਤੇ ਸਾਡੇ ਉੱਤੇ ਉਹ ਸਮਾਂ ਨਾ ਆ ਜਾਵੇ। ਇਸ ਕਰਕੇ ਜਿਹੜਾ ਸਮਾਂ ਮਿਲਿਆ ਉਸ ਸਮੇਂ ਵਿੱਚ ਬੈਠ ਕੇ ਮੈਂ ਮਾਲਕ ਦਾ ਨਾਮ ਜਪ ਲਵਾਂ। ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜੇ ਅਤੇ ਮੈਂ ਉਸ ਮਾਲਕ ਦੇ ਗੁਣ ਗਾਉਣ ਲੱਗ ਪਿਆ। ਅਤੇ ਅਗਲੀ ਪੰਕਤੀ ਦੱਸ ਰਹੇ ਹਨ, ਸਫਲ ਜਨਮ ਨਾਨਕ ਤਬ ਹੂਆ, ਜੋ ਪ੍ਰਭ ਜਸ ਮਹਿ ਪਾਗਿਓ। ਸਤਿਗੁਰੂ ਨਾਨਕ ਗੁਰੂ ਜੀ ਉਚਾਰਨ ਕਰਦੇ ਨੇ ਕਿ ਇਸ ਤਰ੍ਹਾਂ ਗੁਰੂ ਦੇ ਚਰਨਾਂ ਨਾਲ ਪ੍ਰੇਮ ਕਰਨ ਦੇ ਨਾਲ ਮੇਰਾ ਜਿਹੜਾ ਜਨਮ ਹੈ ਸਫਲ ਹੋ ਗਿਆ। ਸਫਲ ਭਈ ਯਾਤਰਾ, ਸੰਸਾਰਕ ਯਾਤਰਾ ਸਫਲ ਹੀ ਹੋ ਗਈ। ਸਫਲ ਜਨਮ ਨਾਨਕ ਤਬ ਹੂਆ, ਜੋ ਪ੍ਰਭ ਜਸ ਮੈਂ ਪਾਗਿਓ। ਜਦੋਂ ਕਹਿੰਦੇ ਮੈਂ ਪ੍ਰਭੂ ਪਰਮਾਤਮਾ ਦੇ ਜਸ ਵਿੱਚ ਪਾਗੇ ਜੁੜ ਗਿਆ, ਪ੍ਰਭੂ ਦੇ ਚਰਨਾਂ ਨਾਲ ਇੱਕਮਿਕ ਹੋ ਗਿਆ, ਫਿਰ ਮੇਰਾ ਸੰਸਾਰ ਵਿੱਚ ਆਇਆ ਸਫਲਾ ਹੋ ਗਿਆ। ਮੇਰੇ ਅੰਦਰੋਂ ਜਮਾਂ ਦੀ ਜਿਹੜਾ ਡਰ ਸੀ, ਖੌਫ ਸੀ, ਉਹ ਸਾਰਾ ਹੀ ਮੁੱਕ ਗਿਆ। ਇਹ ਗੁਰੂ ਸਵਾਰੇ ਸਤਿਗੁਰੂ ਜੀ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ। ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਹਨ। ਭੁੱਲ ਚੁੱਕ ਦੀ ਖਿਮਾ ਕਰਨੀ ਜੀ। ਸਤਿਗੁਰਾਂ